recovery system. ਰਿਕਵਰੀ ਜਦੋਂ ਸਾਡਾ ਕੋਈ ਟ੍ਰਾਂਜੈਕਸ਼ਨ ਜਿਹੜੀ ਹੈ ਅਸੀਂ ਕੋਈ ਐਗਜ਼ੀਕਿਊਟ ਕਰਦੇ ਹਾਂ ਉਹ ਫੇਲ ਹੋ ਜਾਂਦੀ ਹੈ, ਉਦੋਂ ਰਿਕਵਰੀ ਕਰਨ ਦੀ ਲੋੜ ਪੈਂਦੀ ਹੈ। ਜਾਂ ਸਾਡਾ ਡਾਟਾਬੇਸ ਖਰਾਬ ਹੋ ਜਾਵੇ ਉਦੋਂ ਵੀ ਰਿਕਵਰੀ ਕਰਨੀ ਪੈਂਦੀ ਹੈ। ਰਿਕਵਰੀ ਦਾ ਮਤਲਬ ਹੈ ਕਿ ਡਾਟਾ ਦੀ ਰਿਕਵਰੀ। ਟ੍ਰਾਂਜੈਕਸ਼ਨ ਫੇਲ ਹੋਣ ਨਾਲ ਵੀ ਪ੍ਰੋਬਲਮ ਆ ਸਕਦੀ ਹੈ, ਕਿਸੇ ਤਰ੍ਹਾਂ ਦਾ ਸ਼ਾਰਟ ਸਰਕਟ ਹੋ ਜਾਵੇ ਤਾਂ ਵੀ ਪ੍ਰੋਬਲਮ ਆ ਸਕਦੀ ਹੈ, ਕੋਈ ਹਾਰਡਵੇਅਰ ਪ੍ਰੋਬਲਮ ਵੀ ਹੋ ਸਕਦੀ ਹੈ। ਇਹਨਾਂ ਸਾਰੇ ਕੇਸਿਸ ਦੇ ਵਿੱਚ ਰਿਕਵਰੀ ਸਿਸਟਮ ਸਾਨੂੰ ਡਾਟਾ ਰਿਕਵਰ ਕਰਨ ਦੇ ਵਿੱਚ ਮਦਦ ਕਰਦਾ ਹੈ। ਪਹਿਲੀ ਗੱਲ ਤਾਂ ਫੇਲਰ ਦੀ ਗੱਲ ਕਰੀਏ ਵੀ ਫੇਲਰ ਕਿਸ ਤਰ੍ਹਾਂ ਦੇ ਹੋ ਸਕਦੇ ਨੇ, ਫੇਲਰ ਕਲਾਸੀਫਿਕੇਸ਼ਨ ਕੀ ਹੈ, ਕਿੱਦਾਂ ਦਾ ਫੇਲਰ ਹੋ ਸਕਦਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਫੇਲਿਅਰ ਹੋ ਸਕਦੇ ਨੇ, ਜਿਵੇਂ ਟ੍ਰਾਂਜੈਕਸ਼ਨ ਫੇਲਿਅਰ। ਟ੍ਰਾਂਜੈਕਸ਼ਨ ਫੇਲ ਹੋ ਗਈ ਸਾਡੀ ਚਲਦੀ ਵਿਚਾਲੇ ਇੰਟਰਪਟ ਹੋ ਗਈ। There are two types of errors that may cause a transaction to fail. ਪਹਿਲਾ ਤਾਂ ਲੌਜੀਕਲ ਐਰਰ ਹੋ ਸਕਦਾ ਹੈ ਵੀ ਆਪਾਂ ਨੇ ਜਦੋਂ ਟ੍ਰਾਂਜੈਕਸ਼ਨ ਐਗਜ਼ੀਕਿਊਟ ਕੀਤੀ ਹੈ ਉਹਦੇ ਵਿੱਚ ਆਪਾਂ ਲੌਜਿਕ ਗਲਤ ਲਾ ਦਿੱਤਾ, ਕੋਈ ਇਦਾਂ ਦੀ ਕੰਡੀਸ਼ਨ ਲਾ ਦਿੱਤੀ ਜਿਹੜੀ ਫਾਲਸ ਹੋ ਗਈ, ਜਾਂ ਕੋਈ ਇਨਪੁਟ ਗਲਤ ਦੇ ਦਿੱਤੀ, ਨੰਬਰ ਭਰਨਾ ਸੀ ਸਟ੍ਰਿੰਗ ਭਰਤੀ, ਉੱਥੇ ਜਿੱਥੇ ਰੋਲ ਨੰਬਰ ਭਰਨਾ ਸੀ ਉੱਥੇ ਨਾਮ ਭਰਤਾ, ਟ੍ਰਾਂਜੈਕਸ਼ਨ ਵਿਚਾਲੇ ਹੌਲਟ ਹੋ ਗਈ, ਟਰਮੀਨੇਟ ਹੋ ਗਈ। ਠੀਕ ਹੈ, ਜਾਂ ਮੈਮਰੀ ਫੁੱਲ ਹੋ ਗਈ, ਇਦਾਂ ਦੇ ਆਰਡਰ ਆ ਜਾਂਦੇ ਨੇ ਐਰਰ। ਦ ਟ੍ਰਾਂਜੈਕਸ਼ਨ ਕੈਨ ਨੋ ਲੋਂਗਰ ਕੰਟੀਨਿਊ with its normal execution because of some internal condition। ਆਪਾਂ ਨੇ ਕੋਈ ਕੰਡੀਸ਼ਨ ਇਦਾਂ ਦੀ ਲਾਈ ਹੋਈ ਹੈ ਕਿ ਉਹ ਅੱਗੇ ਨਹੀਂ ਚੱਲ ਸਕਦੀ, ਉਹ ਇੰਟਰਪਟ ਹੋ ਗਈ, such as bad input because of some internal condition। internal condition ਮਤਲਬ ਕਿ ਸਿਸਟਮ ਦੇ ਅੰਦਰ ਕੋਈ ਇਦਾਂ ਦੀ ਕੰਡੀਸ਼ਨ ਪੈਦਾ ਹੋ ਗਈ ਕਿ ਉਹ ਅੱਗੇ ਚੱਲ ਨਹੀਂ ਸਕਦੀ। ਉਹ ਕੰਡੀਸ਼ਨ ਨਹੀਂ, ਜੇ ਆਪਾਂ ਮਤਲਬ ਲੈਸ ਦੈਨ ਗ੍ਰੇਟਰ ਦੈਨ ਵਾਲੀ ਕੰਡੀਸ਼ਨ, ਉਹ ਕੰਡੀਸ਼ਨ ਦੀ ਗੱਲ ਨਹੀਂ ਹੋ ਰਹੀ। ਬਿਕੋਜ਼ ਆਫ ਸਮ ਇੰਟਰਨਲ ਕੰਡੀਸ਼ਨ। ਮੰਨ ਲਓ ਤੁਸੀਂ ਕਿਸੇ ਨੰਬਰ ਤੋਂ ਕੋਈ ਡਿਵੀਜ਼ਨ ਵਗੈਰਾ ਹੋ ਰਹੀ ਸੀ ਤੇ ਜਿਹੜਾ ਡਿਵਾਈਡ 0 ਤੇ ਹੋ ਗਿਆ, ਉਹ ਇਦਾਂ ਦੀ ਕੰਡੀਸ਼ਨ ਬਣ ਗਈ ਕਿ ਸਾਡੀ ਜਿਹੜੀ ਟ੍ਰਾਂਜੈਕਸ਼ਨ ਹੈ ਅੱਗੇ ਚੱਲ ਹੀ ਨਹੀਂ ਸਕਦੀ। such as bad input, data not found, ਕੋਈ ਇਦਾਂ ਦਾ ਪ੍ਰੋਬਲਮ ਆ ਗਈ, ਓਵਰਫਲੋ ਹੋ ਗਿਆ ਕੁਛ, ਮੈਮਰੀ ਓਵਰਫਲੋ, ਔਰ ਰਿਸੋਰਸ ਲਿਮਟ ਐਕਸੀਡਡ, ਜਿੰਨਾ ਰਿਸੋਰਸਿਸ ਮਿਲੇ ਸੀ ਉਹ ਕੋਟਾ ਐਕਸੀਡ ਹੋ ਗਿਆ। ਕੋਟਾ ਮਿਲ ਜਾਂਦਾ ਹੁੰਦਾ ਇੱਥੇ ਡਾਟਾਬੇਸ ਨੂੰ, ਉਹ ਐਕਸੀਡ ਹੋ ਸਕਦਾ, ਕੁਝ ਵੀ ਹੋ ਸਕਦਾ ਇਦਾਂ ਦਾ ਜੋ ਡਾਟਾਬੇਸ ਦੇ ਅੰਦਰ ਹੈ। ਹਾਰਡਵੇਅਰ ਦੀ ਕੋਈ ਪ੍ਰੋਬਲਮ ਨਹੀਂ, ਮਤਲਬ ਕੋਈ ਅੰਦਰ ਲੌਜੀਕਲ ਐਰਰ ਹੈ, ਕੋਈ ਕੰਡੀਸ਼ਨ ਇਦਾਂ ਦੀ ਪੈਦਾ ਹੋ ਗਈ ਹੈ ਕਿ ਟ੍ਰਾਂਜੈਕਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ, ਰੁਕ ਗਈ ਉਹ ਵਿਚਾਲੇ, ਉਹ ਹੈ ਲੌਜੀਕਲ ਐਰਰ। ਦੂਸਰਾ ਹੈ ਸਿਸਟਮ ਐਰਰ। ਇੱਥੇ ਸਿਸਟਮ ਦੇ ਵਿੱਚ ਕੋਈ ਫਾਲਟ ਆ ਜਾਂਦਾ ਕਈ ਵਾਰ, ਤਾਂ ਸਿਸਟਮ ਹੈਜ਼ ਐਂਟਰਡ ਇਨ ਅਨਡਿਜ਼ਾਇਰੇਬਲ ਸਟੇਟ। ਫੋਰ ਐਗਜ਼ਾਮਪਲ ਆਪਾਂ ਪਿੱਛੇ ਡੈਡਲੌਕ ਬਾਰੇ ਗੱਲ ਕੀਤੀ ਸੀ। ਡੈਡਲੌਕ ਜਦੋਂ ਇੱਕ ਟ੍ਰਾਂਜੈਕਸ਼ਨ ਦੂਜੀ ਦੀ ਵੇਟ ਕਰਦੀ ਹੈ, ਦੂਜੀ ਤੀਜੀ ਦੀ ਵੇਟ ਕਰਦੀ ਹੈ, ਤੀਜੀ ਫਿਰ ਮੰਨ ਲਓ ਪਹਿਲੇ ਦੀ ਵੇਟ ਕਰਦੀ ਹੈ, ਤੇ ਉਹ ਇੱਕ ਦੂਜੇ ਦੀਆਂ ਵੇਟ ਹੀ ਕਰੀ ਜਾਂਦੀਆਂ ਨੇ, ਉਹ ਅੱਗੇ ਨਹੀਂ ਚੱਲ ਸਕਦੀਆਂ, ਉਹ ਡੈਡਲੌਕ ਹੈ। ਐਦਾਂ ਦੀ ਕੰਡੀਸ਼ਨ ਆ ਜਾਵੇ, as a result of which the transaction cannot continue with its normal execution। The transaction however can be re-executed at later time। ਟ੍ਰਾਂਜੈਕਸ਼ਨ ਦੁਬਾਰਾ ਚਲਾਈਏ ਤਾਂ ਹੋ ਸਕਦਾ ਚੱਲ ਜਾਵੇ, ਪਰ ਜਦੋਂ ਉਹ ਚੱਲ ਰਹੀ ਹੈ ਉਸ ਵੇਲੇ ਉਹ ਅੱਗੇ ਨਹੀਂ ਜਾ ਰਹੀ, ਇਸ ਕਰਕੇ ਉਹ ਸਿਸਟਮ ਐਰਰ ਹੈ। ਇਹ ਦੋ ਟ੍ਰਾਂਜੈਕਸ਼ਨ ਫੇਲਿਅਰ ਦੇ ਕਾਰਨ ਹੋ ਸਕਦੇ ਨੇ। ਇਸ ਤੋਂ ਬਿਨਾਂ ਫੇਲਰ ਸਾਡੇ ਕੋਲੇ ਸਿਸਟਮ ਕ੍ਰੈਸ਼ ਨਾਲ ਵੀ ਹੋ ਸਕਦਾ। ਕੋਈ ਹਾਰਡਵੇਅਰ ਮਾਲ ਫੰਕਸ਼ਨ ਹੋ ਗਿਆ, ਮੰਨ ਲਓ ਮੈਮਰੀ ਚਿਪ ਖਰਾਬ ਹੋ ਗਈ, ਰੈਮ ਚਲਦੀ ਬਰਨ ਹੋ ਗਈ, देयर इज ए हार्डवेयर माल फंक्शन और ए बग इन द डेटाबेस सॉफ्टवेयर। डेटाबेस ਦੇ ਵਿੱਚ ਵਾਇਰਸ ਵਗੈਰਾ ਵੀ ਆ ਸਕਦਾ, ਔਰ ਦਾ ਆਪਰੇਟਿੰਗ ਸਿਸਟਮ 'ਚ ਵੀ ਵਾਇਰਸ ਆ ਸਕਦਾ। दैट causes the loss of content of volatile storage। volatile ਮਤਲਬ ਮੈਮਰੀ ਦੇ ਵਿੱਚ ਡਾਟਾ ਲਾਸ ਹੋ ਗਿਆ। ਐਂਡ brings transaction processing to a halt। ਤੇ ਟ੍ਰਾਂਜੈਕਸ਼ਨ ਉੱਥੇ ਹੀ ਰੁਕ ਗਈ, ਅੱਗੇ ਨਹੀਂ ਜਾ ਸਕਦੀ। the content of non volatile storage, ਜਿਹਨੂੰ ਆਪਾਂ ਹਾਰਡ ਡਿਸਕ ਵਗੈਰਾ ਕਹਿੰਦੇ ਆ, ਪਰਮਾਨੈਂਟ ਸਟੋਰੇਜ, it remains intact and is not corrupted। ਸਿਸਟਮ ਕ੍ਰੈਸ਼ ਦੇ ਵਿੱਚ ਆਪਾਂ ਉਹਨੂੰ ਨਹੀਂ ਗਿਣਦੇ, ਉਹ ਹੋਏਗਾ ਡਿਸਕ ਫੇਲਰ ਅਗਲਾ। ਮਤਲਬ ਜੇ ਤੁਹਾਡੀ ਹਾਰਡ ਡਿਸਕ ਠੀਕ ਹੈ ਪਰ ਤੁਹਾਡੀ ਮੈਮਰੀ 'ਚ ਪ੍ਰੋਬਲਮ ਆਈ ਹੈ,
ਜਾਂ ਕੋਈ ਹੋਰ ਹਾਰਡਵੇਅਰ ਫਾਲਟ ਆਇਆ, ਹਾਰਡ ਡਿਸਕ ਠੀਕ ਹੈ ਤਾਂ ਉਹਨੂੰ ਆਪਾਂ ਸਿਸਟਮ ਕ੍ਰੈਸ਼ ਕੈਟਾਗਰੀ 'ਚ ਲੈਂਦੇ ਹਾਂ। ਤੇ ਤੀਸਰਾ ਹੈ ਡਿਸਕ ਫੇਲਰ, ਵੀ ਤੁਹਾਡੀ ਹਾਰਡ ਡਿਸਕ ਹੀ ਖਰਾਬ ਹੋ ਗਈ। ਇਹ ਡਿਸਕ ਬਲੌਕ ਲੂਜ਼ਸ ਇਟਸ ਕੰਟੈਂਟ ਐਜ਼ ਦਾ ਰਿਜ਼ਲਟ ਆਫ ਆਈਦਰ ਦਾ ਹੈਡ ਕ੍ਰੈਸ਼, ਹਾਰਡ ਡਿਸਕ ਦਾ ਹੈਡ ਹੁੰਦਾ ਇੱਕ ਰੀਡ ਕਰਨ ਲਈ, ਉਹ ਕ੍ਰੈਸ਼ ਹੋ ਗਿਆ, ਔਰ ਫੇਲਰ ਡਿਊਰਿੰਗ ਦਾ ਡਾਟਾ ਟ੍ਰਾਂਸਫਰ ਆਪਰੇਸ਼ਨ, ਡਾਟਾ ਟ੍ਰਾਂਸਫਰ ਹੋ ਰਿਹਾ ਸੀ ਵਿਚਾਲੇ ਉਹ ਫੇਲ ਹੋ ਗਿਆ। ਕਾਪੀਜ਼ ਆਫ ਦਾ ਡਾਟਾ ਔਨ ਅਦਰ ਡਿਸਕ ਮੀਡੀਆ ਆਰ ਯੂਜ਼ ਟੂ ਰਿਕਵਰ ਫਰੋਮ ਦਿਸ ਫੇਲਰ। ਇਸ ਕੇਸ ਦੇ ਵਿੱਚ ਤਾਂ ਸਿਰਫ ਇੱਕੋ ਹੀ ਤਰੀਕਾ ਹੁੰਦਾ ਕਿ ਤੁਹਾਡੇ ਕੋਲ ਉਹਦਾ ਬੈਕਅਪ ਹੋਣਾ ਚਾਹੀਦਾ, ਹਾਰਡ ਡਿਸਕ ਦਾ ਕਿਸੇ ਹੋਰ ਤੇ ਕਾਪੀ ਹੋਣੀ ਚਾਹੀਦੀ ਹੈ ਰੈਗੂਲਰਲੀ, ਤਾਂ ਹੀ ਉਹ ਰਿਕਵਰ ਹੋਏਗਾ। ਸੋ ਇਹ ਕੁਝ ਫੇਲਰ ਹੋਣ ਦੇ ਚਾਂਸਸ ਨੇ, ਫੇਲਰ ਕਲਾਸੀਫਿਕੇਸ਼ਨਸ ਨੇ। ਅੱਗੇ ਆਪਾਂ ਦੇਖਦੇ ਹਾਂ ਵੀ ਹੁਣ ਸਟੋਰੇਜ ਜਿਹਦੇ ਤੇ ਆਪਾਂ ਯੂਜ਼ ਕਰਨੀ ਹੈ ਉਹ ਕੀ ਕਿਸ ਟਾਈਪ ਦੀ ਹੋ ਸਕਦੀ ਹੈ। ਟੂ ਇਨਸ਼ੋਰ ਐਟੋਮਿਸਿਟੀ ਐਂਡ ਡਿਊਰੇਬਿਲਿਟੀ ਪ੍ਰੋਪਰਟੀ। ਸੋ ਐਟੋਮਿਸਿਟੀ ਦਾ ਮਤਲਬ ਟੂ ਇਨਸ਼ੋਰ ਐਟੋਮਿਸਿਟੀ ਐਂਡ ਡਿਊਰੇਬਿਲਿਟੀ ਪ੍ਰੋਪਰਟੀਜ਼ ਆਫ ਟ੍ਰਾਂਜੈਕਸ਼ਨ। ਡਿਊਰੇਬਿਲਿਟੀ ਦਾ ਮਤਲਬ ਐਂਡ ਐਟੋਮਿਸਿਟੀ ਦਾ ਮਤਲਬ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਕਿਸੇ ਡਾਟੇ ਦੇ ਪ੍ਰੀਜ਼ਰਵ ਕਰਨ ਦੇ ਲਈ, ਕਿਸੇ ਡਾਟੇ ਦੀ ਲੌਂਗ ਟਰਮ ਲਈ ਉਹ ਤਾਂ ਹੀ ਰਹੇਗਾ ਜੇ ਉਹਦੀ ਡਿਊਰੇਬਿਲਿਟੀ ਪ੍ਰੋਪਰਟੀ ਹੋਏਗੀ। ਤੇ ਐਟੋਮਿਕ ਦਾ ਮਤਲਬ ਹੁੰਦਾ ਹੈ ਸਿੰਗਲ। ਆਪਾਂ ਜਦੋਂ ਕਹਿੰਦੇ ਆ ਕਿ ਐਟੋਮਿਕ ਹੈ, ਡਾਟਾਬੇਸ ਐਟੋਮਿਕ ਹੈ, ਤਾਂ ਉਹਦਾ ਕੀ ਮਤਲਬ ਹੋ ਸਕਦਾ ਹੈ? ਇੱਕ ਤਾਂ ਐਟਮ ਵਰਡ ਤੋਂ ਬਣਿਆ ਐਟੋਮਿਕ। ਐਟੋਮਿਕ ਦਾ ਮਤਲਬ ਹੁੰਦਾ ਹੈ ਵੀ ਇੱਕ ਜੋ ਜਿਸ ਨੂੰ ਅੱਗੇ ਡਿਵਾਈਡ ਨਾ ਕੀਤਾ ਜਾ ਸਕੇ, ਜਿਸ ਨੂੰ ਅੱਗੇ ਅਸੀਂ ਡਿਵੀਜ਼ੀਬਲ ਨਾ ਹੋਵੇ, ਜੋ ਉਸ ਨੂੰ ਅਸੀਂ ਐਟੋਮਿਕ ਵਰਡ ਦੇ ਤੌਰ ਤੇ ਯੂਜ਼ ਕਰਦੇ ਹਾਂ। ਤਾਂ ਜਿਹੜਾ ਡਾਟਾਬੇਸ ਸਾਡੇ ਕੋਲੇ ਹੋਏਗਾ, ਡਾਟਾਬੇਸ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਐਟੋਮਿਸਿਟੀ ਐਂਡ ਜਿਹੜਾ ਹੈ ਸਾਡੇ ਕੋਲ ਡਿਊਰੇਬਿਲਿਟੀ। ਐਟੋਮਿਸਿਟੀ ਦਾ ਇੱਥੇ ਸਾਡੇ ਕੋਲ ਟ੍ਰਾਂਜੈਕਸ਼ਨ ਦੇ ਸਬੰਧ ਦੇ ਵਿੱਚ ਮਤਲਬ ਇਹ ਹੈ ਕਿ ਸਾਰੀ ਟ੍ਰਾਂਜੈਕਸ਼ਨ ਚੱਲਣੀ ਚਾਹੀਦੀ ਹੈ ਐਜ਼ ਅ ਸਿੰਗਲ। ਐਟੋਮਿਸਿਟੀ ਦਾ ਮਤਲਬ, ਐਟਮ ਦਾ ਮਤਲਬ ਹੁੰਦਾ ਸਿੰਗਲ, ਜੋ ਫਰਦਰ ਡਿਵੀਜ਼ੀਬਲ ਨਹੀਂ ਹੈ। ਤਾਂ ਐਟੋਮਿਸਿਟੀ ਟ੍ਰਾਂਜੈਕਸ਼ਨ ਦੇ ਵਿੱਚ ਕੀ ਹੋਈ ਵੀ ਇੱਕ ਟ੍ਰਾਂਜੈਕਸ਼ਨ ਕੰਪਲੀਟ ਇੱਕ ਸਿੰਗਲ ਐਂਟੀਟੀ ਮੰਨੀ ਜਾਵੇ, ਉਹ ਡਿਵੀਜ਼ੀਬਲ ਨਹੀਂ ਹੈ ਕਿ ਉਹ ਪਾਰਟ ਦੇ ਵਿੱਚ ਚੱਲੇਗੀ, ਉਹ ਪੂਰੀ ਚੱਲੇਗੀ ਜਾਂ ਨਹੀਂ ਚੱਲੇਗੀ, ਉਹਨੂੰ ਆਪਾਂ ਐਟੋਮਿਸਿਟੀ ਕਹਿੰਦੇ ਹਾਂ। ਡਿਊਰੇਬਿਲਿਟੀ ਦਾ ਮਤਲਬ ਹੈ ਕਿ ਲੌਂਗ ਟਰਮ ਤੱਕ ਸਾਡੇ ਕੋਲ ਜਿਹੜਾ ਡਾਟਾ ਹੈ ਉਹ ਪ੍ਰੀਜ਼ਰਵ ਹੋ ਸਕੇ ਲੌਂਗ ਡਿਊਰੇਸ਼ਨ ਤੱਕ। ਸੋ ਇਹਨਾਂ ਦੇ ਲਈ ਸਾਨੂੰ ਜਿਹੜਾ ਸਟੋਰੇਜ ਸਟਰਕਚਰ ਹੈ ਉਹ ਦੇਖਣਾ ਪੈਂਦਾ। ਵੀ ਮਸਟ ਆਲਸੋ ਕੰਸੀਡਰ ਦਾ ਸਟੋਰੇਜ ਮੀਡੀਆ ਐਂਡ ਦੇਅਰ ਐਕਸੈਸ ਮੈਥਡਸ। ਸਾਡੇ ਕੋਲ ਸਟੋਰੇਜ ਟਾਈਪ ਵੋਲਾਟਾਈਲ, ਨਾਨ ਵੋਲਾਟਾਈਲ ਜਾਂ ਸਟੇਬਲ ਸਟੋਰੇਜ ਹੋ ਸਕਦੀ ਹੈ। ਇਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਵੋਲਾਟਾਈਲ ਸਟੋਰੇਜ ਆਪਾਂ ਮੈਮਰੀ, ਪ੍ਰਾਇਮਰੀ ਮੈਮਰੀ ਜਾਂ ਰੈਮ ਦੀ ਗੱਲ ਜਦੋਂ ਕਰਦੇ ਹਾਂ ਉਦੋਂ ਵੋਲਾਟਾਈਲ ਦੀ ਗੱਲ ਹੁੰਦੀ ਹੈ। ਜਦੋਂ ਅਸੀਂ ਹਾਰਡ ਡਿਸਕ, CD, ਪੈਨ ਡਰਾਈਵ ਦੀ ਗੱਲ ਕਰਦੇ ਹਾਂ ਤਾਂ ਨਾਨ ਵੋਲਾਟਾਈਲ ਦੀ ਗੱਲ ਹੁੰਦੀ ਹੈ। ਸੋ ਵੋਲਾਟਾਈਲ ਸਟੋਰੇਜ ਮੀਨਸ the information residing in the volatile storage does not usually survive system crashes। ਮੰਨ ਲਓ ਸਿਸਟਮ ਕ੍ਰੈਸ਼ ਹੋ ਗਿਆ ਤਾਂ ਡਾਟਾ ਉੜ ਜਾਣਾ। ਮੰਨ ਲਓ ਲਾਈਟ ਚਲੀ ਗਈ, ਡਾਟਾ ਫਿਰ ਵੀ ਉੜ ਜਾਣਾ ਵੋਲਾਟਾਈਲ ਤੋਂ। ਵੋਲਾਟਾਈਲ 'ਚ ਡਾਟਾ ਸਿਰਫ ਉਹਨਾਂ ਚਿਰ ਰਹਿੰਦਾ ਜਿੰਨਾ ਚਿਰ ਤੱਕ ਵਰਕਿੰਗ ਸਿਸਟਮ ਸਹੀ ਚੱਲ ਰਿਹਾ। ਜੇ ਲਾਈਟ ਵੀ ਆਫ ਹੋ ਜਾਵੇ ਤਾਂ ਵੀ ਡਾਟਾ ਉੜ ਜਾਂਦਾ ਪ੍ਰਾਇਮਰੀ ਮੈਮਰੀ 'ਚੋਂ। ਐਗਜ਼ਾਮਪਲਸ ਆਫ ਸੱਚ ਸਟੋਰੇਜ ਆਰ ਮੇਨ ਮੈਮਰੀ ਐਂਡ ਕੈਸ਼ ਮੈਮਰੀ। Access to volatile storage is extremely fast। ਇਹ ਤੇਜ਼ ਹੁੰਦੀ ਹੈ, ਫਾਸਟ ਹੁੰਦੀ ਹੈ ਨਾਨ ਵੋਲਾਟਾਈਲ ਤੋਂ, ਪਰ ਇਹਦੇ 'ਚ ਡਾਟਾ ਉਨਾ ਚਿਰ ਹੀ ਪ੍ਰੀਜ਼ਰਵ ਕਰਦਾ ਜਿੰਨਾ ਚਿਰ ਤੱਕ ਇਹਦੇ 'ਚ ਕਰੰਟ ਅਵੇਲੇਬਲ। ਨਾਨ ਵੋਲਾਟਾਈਲ ਪਰਮਾਨੈਂਟ ਸਟੋਰੇਜ ਹੈ, ਆਫਲਾਈਨ 'ਚ ਵੀ ਡਾਟਾ ਸਟੋਰ ਕਰਕੇ ਰੱਖਦੀ ਹੈ। ਇਨਫੋਰਮੇਸ਼ਨ residing in non volatile storage systems survive system crashes।
ਸਿਸਟਮ ਜੇ ਕ੍ਰੈਸ਼ ਵੀ ਹੋ ਜਾਂਦਾ, ਮੰਨ ਲਓ ਸਾਡਾ ਹਾਰਡਵੇਅਰ ਮਾਲ ਫੰਕਸ਼ਨ ਹੋ ਗਿਆ, ਕੋਈ ਚਿਪ ਖਰਾਬ ਹੋ ਗਈ, ਕੋਈ ਮਦਰਬੋਰਡ ਉੱਡ ਗਿਆ, ਤਾਂ ਹਾਰਡ ਡਿਸਕ ਨੂੰ ਕੁਝ ਨਹੀਂ ਹੋਵੇ ਤਾਂ ਉਹ ਡਾਟਾ ਪ੍ਰੀਜ਼ਰਵ ਕਰ ਲੇਗੀ। ਐਗਜ਼ਾਮਪਲਸ ਆਫ ਸੱਚ ਸਟੋਰੇਜ ਆਰ ਡਿਸਕ ਐਂਡ ਮੈਗਨੈਟਿਕ ਟੇਪਸ। ਮੈਗਨੈਟਿਕ ਟੇਪ ਜਿਵੇਂ ਕੈਸੇਟ ਹੁੰਦੀ ਸੀ ਪਹਿਲਾਂ ਪੁਰਾਣੇ ਸਮੇਂ, ਉਦਾਂ ਦੀ ਇੱਕ ਟੇਪ ਡਰਾਈਵ ਹੁੰਦੀ ਹੈ ਜਿੱਥੇ ਡਾਟਾ ਲਾਰਜ ਅਮਾਉਂਟ ਦੇ ਵਿੱਚ ਸਟੋਰ ਕੀਤਾ ਜਾ ਸਕਦਾ। ਡਿਸਕਸ ਆਰ ਯੂਜ਼ਡ ਫॉर ਆਨਲਾਈਨ ਸਟੋਰੇਜ whereas tapes are used for archival storage, ਮਤਲਬ ਬੈਕਅਪ ਦੇ ਲਈ। ਆਰਕਾਈਵਲ ਸਟੋਰੇਜ ਮਤਲਬ ਬੈਕਅਪ ਦੇ ਲਈ ਅਸੀਂ ਟੇਪਸ ਨੂੰ ਜ਼ਿਆਦਾਤਰ ਯੂਜ਼ ਕਰਦੇ ਹਾਂ, ਤੇ ਆਨਲਾਈਨ ਸਿਸਟਮ ਨਾਲ ਕਨੈਕਟਡ ਹਮੇਸ਼ਾ ਅਸੀਂ ਡਿਸਕਸ ਹੀ ਰੱਖਦੇ ਹਾਂ ਕਿਉਂਕਿ ਉਹ ਫਾਸਟ ਹੁੰਦੀਆਂ ਨੇ। ਜਿਹੜੀ ਮੈਗਨੈਟਿਕ ਟੇਪ ਹੈ ਉਹ ਸਲੋ ਚੱਲਦੀ ਹੈ, ਤੇ ਉਹਦੀਆਂ ਹੋਰ ਵੀ ਬਹੁਤ ਪ੍ਰੋਬਲਮਸ ਨੇ, ਜਿਵੇਂ ਸੀਕੁਐਂਸ਼ੀਅਲ ਐਕਸੈਸ ਹੈ, ਉਹ ਰੈਂਡਮ ਐਕਸੈਸ ਨਹੀਂ ਪ੍ਰੋਵਾਈਡ ਕਰਦੀ। ਸੋ ਇਸ ਤਰ੍ਹਾਂ ਵੋਲਾਟਾਈਲ ਐਂਡ ਨਾਨ ਵੋਲਾਟਾਈਲ ਦੋ ਟਾਈਪ ਦੀ ਸਟੋਰੇਜ ਪ੍ਰਾਇਮਰੀ ਤੌਰ ਤੇ ਮਿਲਦੀ ਹੈ। ਅਸੀਂ ਇਸ ਤੋਂ ਸਟੇਬਲ ਸਟੋਰੇਜ ਬਣਾਉਣੀ ਹੁੰਦੀ ਹੈ। ਸਟੇਬਲ ਸਟੋਰੇਜ ਮਤਲਬ ਜਿਹੜੀ ਸਾਡੇ ਡਾਟਾਬੇਸ ਦਾ ਬੈਕਅਪ ਲੈ ਸਕੇ ਪ੍ਰੋਪਰ, ਤੇ ਸਾਨੂੰ ਕਿਸੇ ਤਰ੍ਹਾਂ ਦੇ ਫੇਲਰ ਦੇ ਚਾਂਸਸ ਦੇ ਵਿੱਚ ਡਾਟੇ ਦਾ ਬੈਕਅਪ ਰਿਕਵਰ ਕੀਤਾ ਜਾ ਸਕੇ, ਬੈਕਅਪ ਤੋਂ ਡਾਟੇ ਨੂੰ ਰਿਕਵਰ ਕੀਤਾ ਜਾ ਸਕੇ। ਆਲਦੋ ਸਟੇਬਲ ਸਟੋਰੇਜ ਥਿਓਰੈਟੀਕਲੀ ਇੰਪੋਸੀਬਲ ਟੂ ਓਬਟੇਨ। ਜੇ ਆਪਾਂ ਵੈਸੇ ਕਹਿ ਦਈਏ ਵੀ ਕਿ ਐਸਾ ਕੋਈ ਸਿਸਟਮ ਬਣਾਵੇ ਡਾਟਾ ਲਾਸ ਹੋਵੇ ਹੀ ਨਾ 100%, ਇਦਾਂ ਦਾ ਕੋਈ ਸਿਸਟਮ ਨਹੀਂ ਹੋ ਸਕਦਾ। ਹਰੇਕ ਚੀਜ਼ ਡਿਸਟਰੋਏਬਲ ਹੈ, ਫਲੱਡ ਆ ਸਕਦੇ ਨੇ, ਕੋਈ ਅੱਗ ਲੱਗ ਸਕਦੀ ਹੈ, ਕੁਝ ਵੀ ਲੱਗ ਸਕਦਾ ਹੈ, ਤਾਂ ਇਸ ਕਰਕੇ ਹਰ ਤਰ੍ਹਾਂ ਦਾ ਸਿਸਟਮ ਡਿਸਟਰੋਏਬਲ ਹੈ। 100% ਕੋਈ ਚੀਜ਼ ਇਹ ਨਹੀਂ ਕਹਿ ਸਕਦੇ ਕਿ ਗਾਰੰਟੀ ਦਿੰਦੀ ਹੈ, ਪਰ ਅਸੀਂ ਉਸ ਦੀ ਪੋਸੀਬਿਲਿਟੀ ਘਟਾ ਸਕਦੇ ਹਾਂ ਲਾਸ ਹੋਣ ਦੀ। ਇਟ ਕੈਨ ਬੀ ਕਲੋਜ਼ਲੀ ਅਪਰੋਕਸੀਮੇਟਡ ਬਾਈ ਟੈਕਨੀਕਸ that make data loss extremely unlikely। ਡਾਟਾ ਲਾਸ ਘੱਟ ਤੋਂ ਘੱਟ ਹੋਵੇ ਉਹਦੀ ਅਸੀਂ ਪੋਸੀਬਿਲਿਟੀ ਵਧਾ ਸਕਦੇ ਹਾਂ। To implement stable storage, we need to replicate the needed information in several non-volatile storage media। ਜ਼ਿਆਦਾਤਰ ਅਸੀਂ ਡਿਸਕ ਯੂਜ਼ ਕਰਦੇ ਹਾਂ ਉਸ ਪਰਪਸ ਦੇ ਲਈ। ਹਾਰਡ ਡਿਸਕ ਦੀਆਂ ਕਾਪੀਜ਼ ਕਰ ਲੈਂਦੇ ਹਾਂ ਅਸੀਂ 2 ਤੇ 3 ਤੇ ਇਸ ਤਰ੍ਹਾਂ। ਉਹਦੇ ਅਲੱਗ-ਅਲੱਗ ਮੈਥਡ ਨੇ। ਇੱਕ ਮੈਥਡ ਹੈ ਰੇਡ ਲੈਵਲ। ਰੇਡ ਮਤਲਬ ਰੀਡੈਂਡੈਂਟ ਐਰੇ ਆਫ ਇਨਐਕਸਪੈਂਸਿਵ ਡਿਸਕਸ। ਇੱਕ ਤੋਂ ਜ਼ਿਆਦਾ ਡਿਸਕਸ ਦਾ ਇੱਕ ਐਰੇ ਬਣਾਇਆ ਜਾਂਦਾ ਹੈ, ਇੱਕ ਗਰੁੱਪ ਬਣਾਇਆ ਜਾਂਦਾ ਹੈ। ਉਸ ਗਰੁੱਪ ਦੇ ਵਿੱਚ ਡਾਟਾ ਮਲਟੀਪਲ ਡਿਸਕ ਦੇ ਉੱਤੇ ਜਾਂ ਤਾਂ ਡਿਸਪਰਸ ਕਰਿਆ ਜਾਂਦਾ ਜਾਂ ਕਾਪੀ ਕੀਤਾ ਜਾਂਦਾ, ਮਤਲਬ ਜਾਂ ਤਾਂ ਡਿਵਾਈਡ ਕਰ ਲਿਆ ਜਾਂਦਾ ਜਾਂ ਕਾਪੀ ਵੀ ਕਰ ਲਿਆ ਜਾਂਦਾ ਡਿਟੋ। ਸੋ ਹਰੇਕ ਚੀਜ਼ ਦਾ ਆਪਣਾ ਆਪਣਾ ਫਾਇਦਾ ਹੁੰਦਾ, ਆਪਣਾ ਨੁਕਸਾਨ ਹੁੰਦਾ। ਇਹ ਜਿਹੜੇ ਰੇਡ ਸਿਸਟਮਸ ਨੇ ਦੇ ਗਾਰੰਟੀ that the failure of the single disk will not result in the loss of data। ਇੱਕ ਡਿਸਕ ਖਰਾਬ ਹੋ ਜਾਏਗੀ ਤਾਂ ਡਾਟਾ ਰਿਕਵਰ ਹੋ ਜਾਏਗਾ। however cannot guard against data loss due to disasters like at fire or flooding ਆ ਜਾਂਦੀ ਹੈ, ਫੇਰ ਤਾਂ ਇਹ ਵੀ ਖਰਾਬ ਹੋ ਸਕਦੀਆਂ ਨੇ। ਜੇ ਇੱਕ ਰੂਮ ਦੇ ਵਿੱਚ 4 ਡਿਸਕਾਂ ਵੀ ਪਈ, ਚਾਰ ਦੀਆਂ ਚਾਰ ਖਰਾਬ ਹੋ ਜਾਣਗੀਆਂ। ਸੋ ਅਲਟਰਨੇਟਿਵ ਕੀ ਹੈ ਕਿ ਕਿਸੇ ਦੂਰ ਰੱਖਿਆ ਜਾਵੇ ਡਾਟੇ ਦੀ ਕਾਪੀ। more secure systems keep a copy of each block of stable storage at a remote site। ਜਿਵੇਂ ਮੰਨ ਲਓ ਆਪਣੇ ਕੋਲੇ ਜਿਹੜਾ ਦਿੱਲੀ ਦੇ ਵਿੱਚ ਕੋਈ ਸਰਵਰ ਹੈ, ਉਸ ਦੇ ਵਿੱਚ ਜਿਹੜੀ ਹਾਰਡ ਡਿਸਕ ਲੱਗੀ ਹੈ ਉਸ ਦਾ ਡਾਟਾ ਅੱਗੇ ਆਪਾਂ ਮੁੰਬਈ ਦੇ ਵਿੱਚ ਇੱਕ ਹੋਰ ਸਰਵਰ ਹੈ ਉੱਥੇ ਕਾਪੀ ਹੁੰਦਾ ਰਹੇ ਡੇਲੀ ਬੇਸਿਸ ਤੇ। ਹਰ ਕਾਪੀ ਜਿਹੜੀ ਉੱਥੇ ਸਿੰਕਰਨਾਈਜ਼ ਹੁੰਦੀ ਰਹੇ। ਤਾਂ ਉਹਦੇ ਨਾਲ ਕੀ ਹੈ ਕਿ ਅਗਰ ਫਲੱਡ ਦਿੱਲੀ 'ਚ ਆਉਣਗੇ ਤਾਂ ਮੁੰਬਈ 'ਚ ਤਾਂ ਆਉਣ ਦੇ ਚਾਂਸ ਨਹੀਂ ਹੈ ਵੀ ਦੋਨੇ ਜਗ੍ਹਾ ਇਕੱਠੇ ਆ ਜਾਵੇ। ਇਸ ਤਰ੍ਹਾਂ 2 3 4 ਜਗ੍ਹਾ ਤੇ ਵੀ ਕੀਤਾ ਜਾ। ਈਵਨ ਕੰਟਰੀ ਵੀ ਚੇਂਜ ਕੀਤੀ ਜਾ ਸਕਦੀ ਹੈ ਜੇ ਜ਼ਿਆਦਾ ਸਿਕਿਉਰਿਟੀ ਦੀ ਲੋੜ ਪਵੇ। ਬੈਂਕਾਂ ਇਦਾਂ ਹੀ ਕਰਦੀਆਂ ਨੇ। ਬੈਂਕਸ ਦੇ ਵਿੱਚ ਡਾਟਾ ਤਾਂ ਹੀ ਸਿਕਿਉਰ ਅਸੀਂ ਮੰਨਦੇ ਹਾਂ। ਰਾਈਟਿੰਗ ਇਟ ਆਊਟ ਓਵਰ ਦਾ ਕੰਪਿਊਟਰ ਨੈਟਵਰਕ ਇਨ ਐਡੀਸ਼ਨ ਟੂ ਸਟੋਰਿੰਗ ਦਾ ਬਲੌਕ ਔਨ ਦਾ ਲੋਕਲ ਡਿਸਕ। ਲੋਕਲ ਡਿਸਕ ਤੇ ਤਾਂ ਡਾਟਾ ਹੋਏਗਾ ਹੀ ਕਿਉਂਕਿ ਉਹ ਡੇਲੀ ਦੀਆਂ ਟ੍ਰਾਂਜੈਕਸ਼ਨਸ ਉੱਥੇ ਕਰਨੀਆਂ ਹੁੰਦੀਆਂ ਨੇ ਬੈਂਕ ਵਾਲਿਆਂ ਨੇ। ਲੋਕਲ ਡਿਸਕ 'ਚ ਡਾਟਾ ਹੁੰਦਾ ਹੈ, ਪਰ ਉਹਦੀ ਕਾਪੀ ਕਿਸੇ ਦੂਰ ਪਏ ਸਰਵਰ ਦੇ ਉੱਤੇ ਲਗਾਤਾਰ ਹੁੰਦੀ ਰਹਿੰਦੀ ਹੈ, ਤੇ ਕਈ ਸਰਵਰਸ ਦੇ ਉੱਤੇ ਹੁੰਦੀ ਰਹਿੰਦੀ ਹੈ, ਤਾਂ ਜੋ ਇਨ ਕੇਸ ਆਫ ਕੋਈ ਇਦਾਂ ਦਾ ਡਿਜ਼ਾਸਟਰ ਆਉਂਦਾ ਹੈ ਤਾਂ ਉਹ ਡਾਟਾ ਰਿਕਵਰ ਕੀਤਾ ਜਾ ਸਕੇ। ਡਾਟਾ ਐਕਸੈਸ। ਡਾਟਾ ਕਿਵੇਂ ਐਕਸੈਸ ਹੁੰਦਾ ਹੈ, ਡਾਟਾਬੇਸ ਤੋਂ ਲੈ ਕੇ ਮੈਮਰੀ ਤੱਕ ਜਾਂ ਟ੍ਰਾਂਜੈਕਸ਼ਨ ਤੱਕ ਕਿਵੇਂ ਪਹੁੰਚਦਾ ਹੈ, ਉਹ ਆਪਾਂ ਇੱਥੇ ਡਿਸਕਸ ਕਰਾਂਗੇ। The database system resides permanently on non-volatile storage, usually disks। ਹਾਰਡ ਡਿਸਕ ਤੇ ਹੋਏਗਾ ਸਾਡਾ ਡਾਟਾਬੇਸ ਸਿਸਟਮ ਦਾ DBMS ਜਿਹਨੂੰ ਅਸੀਂ ਕਹਿੰਦੇ ਹਾਂ। ਉਹ ਇੰਸਟਾਲ ਇੱਕ ਸੌਫਟਵੇਅਰ ਪੈਕੇਜ ਹੈ, ਉਹ ਹਾਰਡ ਡਿਸਕ ਤੇ ਸਟੋਰਡ ਹੈ and is partitioned into fixed length storage units called blocks। ਜਿਹੜੀ ਹਾਰਡ ਡਿਸਕ ਹੁੰਦੀ ਹੈ ਉਹ ਅੱਗੇ ਡਿਵਾਈਡਡ ਹੁੰਦੀ ਹੈ, ਉਹ ਫਿਕਸਡ ਲੈਂਥ ਯੂਨਿਟਸ ਬਣ ਜਾਂਦੇ ਨੇ, ਬਲੌਕਸ ਬਣ ਜਾਂਦੇ ਨੇ। ਜਿਵੇਂ ਆ ਇੱਥੇ ਮੈਂ ਦਿਖਾਇਆ ਹੋਇਆ ਵੀ A ਬਲੌਕ ਹੈ, B ਬਲੌਕ ਹੈ, ਹਾਰਡ ਡਿਸਕ ਹੈ। ਹਾਰਡ ਡਿਸਕ ਦੇ ਉੱਤੇ ਇਦਾਂ ਆ B ਬਲੌਕ ਹੈ, ਆ A ਬਲੌਕ ਹੈ। ਇਦਾਂ ਹਾਰਡ ਡਿਸਕ ਦੀ ਜਿਹੜੀ ਟੋਟਲ ਸਟੋਰੇਜ ਹੈ ਉਹ ਬਲੌਕਸ ਦੇ ਵਿੱਚ ਡਿਵਾਈਡ ਹੋਈ ਹੁੰਦੀ। ਦ ਟ੍ਰਾਂਜੈਕਸ਼ਨਸ ਇਨਪੁਟ ਇਨਫੋਰਮੇਸ਼ਨ ਫਰੋਮ ਦਾ ਡਿਸਕ ਟੂ ਦਾ ਮੇਨ ਮੈਮਰੀ। ਜਦੋਂ ਅਸੀਂ ਇਨਪੁਟ ਕਹਿੰਦੇ ਹਾਂ, ਇਨਪੁਟ A
ਤਾਂ ਇਹਦਾ ਮਤਲਬ ਇਹ ਬਲੋਕ ਜਿਹੜਾ ਹੈ ਉਹ ਮੈਮਰੀ 'ਚ ਰੀਡ ਹੋ ਗਿਆ। ਜਦੋਂ ਆਊਟਪੁੱਟ B ਕਹਿੰਦੇ ਆ ਤਾਂ ਇਹਦਾ ਮਤਲਬ ਹੈ ਮੇਨ ਮੈਮਰੀ ਦੇ ਵਿੱਚੋਂ B ਬਲੋਕ ਹਾਰਡ ਡਿਸਕ ਤੇ ਰਾਈਟ ਹੋ ਗਿਆ। ਇਸ ਤਰ੍ਹਾਂ ਨਾਲ ਡਾਟਾ ਟੂ ਐਂਡ ਫਰੋਮ ਮੇਨ ਮੈਮਰੀ ਐਂਡ ਡਿਸਕ ਦੇ ਵਿਚਾਲੇ ਕਮਿਊਨੀਕੇਟ ਕਰਦਾ ਰਹਿੰਦਾ ਹੈ। ਐਂਡ ਦੈਨ ਆਊਟਪੁੱਟ ਦਾ ਇਨਫੋਰਮੇਸ਼ਨ ਬੈਕ ਔਨ ਟੂ ਦਾ ਡਿਸਕ। The input and output operations are done in block units, ਕਿਉਂਕਿ ਬਲੌਕ ਬਣੇ ਨੇ, ਹਾਰਡ ਡਿਸਕ ਵੀ ਡਿਵਾਈਡ ਹੋਈ ਹੈ, ਮੇਨ ਮੈਮਰੀ ਵੀ ਡਿਵਾਈਡ ਹੋਈ ਹੈ, ਉਹ ਇੱਕ ਦੂਜੇ ਨਾਲ ਮੈਪ ਹੁੰਦੇ ਰਹਿੰਦੇ ਨੇ। The blocks residing on the disk are referred to as physical blocks, ਕਿਉਂਕਿ ਉਹ permanent storage ਹੈ। The blocks residing temporarily in the main memory are referred to as buffer blocks, ਇੱਥੇ buffer block ਨੇ। The area of memory where blocks reside temporarily is called the disk buffer। ਆ ਡਿਸਕ ਬਫਰ ਹੈ, ਮੈਮਰੀ ਦਾ ਉਹ ਏਰੀਆ ਜਿੱਥੇ ਇਹ ਬਲੌਕ ਬਣੇ ਨੇ, ਉਸ ਏਰੀਏ ਨੂੰ ਅਸੀਂ ਡਿਸਕ ਬਫਰ ਕਹਿੰਦੇ ਆ। ਜਿਹੜਾ ਏਰੀਆ DBMS ਯੂਜ਼ ਕਰਦਾ ਆਪਦੇ ਆਪਰੇਸ਼ਨਸ ਦੇ ਲਈ, ਉਹਨੂੰ ਡਿਸਕ ਬਫਰ ਕਹਿੰਦੇ। ਤਾਂ ਇਹ ਮੂਵਮੈਂਟ ਕਿਵੇਂ ਹੋਏਗੀ? ਬਲੌਕ ਮੂਵਮੈਂਟਸ ਬਿਟਵੀਨ ਡਿਸਕ ਐਂਡ ਮੇਨ ਮੈਮਰੀ ਆਰ ਇਨੀਸ਼ੀਏਟਡ ਥਰੂ ਦਾ ਫੋਲੋਇੰਗ ਟੂ ਆਪਰੇਸ਼ਨ। ਜਿਵੇਂ ਇਨਪੁਟ B ਕੀਤਾ ਤਾਂ ਇਹਦੇ ਨਾਲ ਕੀ ਹੋਏਗਾ? ਫਿਜ਼ੀਕਲ ਬਲੌਕ B ਤੋਂ ਮੇਨ ਮੈਮਰੀ ਤੇ ਡਾਟਾ ਚਲਾ ਜਾਏਗਾ, ਜਿਵੇਂ ਮੈਂ ਪਿੱਛੇ ਦੱਸਿਆ। ਉਵੇਂ ਆਊਟਪੁੱਟ B ਕੀਤਾ, ਇਹਦਾ ਮਤਲਬ ਹੈ ਟ੍ਰਾਂਸਫਰ ਦਾ ਬਫਰ ਬਲੌਕ B ਟੂ ਦਾ ਡਿਸਕ। ਆ ਪਿੱਛੇ ਆਪਾਂ ਗੱਲ ਕੀਤੀ ਸੀ। ਆ ਇਨਪੁਟ A ਹੈ, ਆ ਆਊਟਪੁੱਟ B ਹੈ। ਇਹ ਐਸੇ ਤਰ੍ਹਾਂ ਨਾਲ ਇਹ ਡਾਟਾ ਟ੍ਰਾਂਸਫਰ ਹਾਰਡ ਡਿਸਕ ਤੋਂ ਇਨਪੁਟ ਦੇ ਨਾਲ, ਹਾਰਡ ਡਿਸਕ ਤੋਂ ਮੈਮਰੀ, ਆਊਟਪੁੱਟ ਦੇ ਨਾਲ, ਮੈਮਰੀ ਤੋਂ ਹਾਰਡ ਡਿਸਕ ਰਿਪਲੇਸ ਹੁੰਦਾ ਰਹਿੰਦਾ, ਡਾਟਾ ਇੱਕ ਦੂਸਰੇ ਨਾਲ ਚੇਂਜ ਹੁੰਦਾ। Transaction T interacts with the database system by transferring data to and from its work area to the system buffer। Buffer ਉਹ ਏਰੀਆ ਜਿਹੜਾ DBMS ਆਪਣੇ ਆਪਰੇਸ਼ਨਸ ਦੇ ਲਈ ਯੂਜ਼ ਕਰਦਾ। We transfer data by these two operations। ਆ ਆਪਰੇਸ਼ਨ ਨੇ ਜਿਨ੍ਹਾਂ ਦੇ ਨਾਲ ਡਾਟਾ ਟ੍ਰਾਂਸਫਰ ਹੋਏਗਾ। ਜਿਵੇਂ ਰੀਡ X ਹੈ, ਇਹਦਾ ਮਤਲਬ ਹੈ ਟ੍ਰਾਂਜੈਕਸ਼ਨ ਜਿਹੜੀ ਹੈ assigns the value of data item X to the local variable। ਟ੍ਰਾਂਜੈਕਸ਼ਨ ਨੇ X ਵੈਲਿਊ ਰੀਡ ਕੀਤੀ ਡਾਟਾਬੇਸ ਚੋਂ ਤੇ ਉਹਨੂੰ ਕਿਸੇ ਵੇਰੀਏਬਲ ਸਟੋਰ ਕਰ ਲਿਆ। ਉਸੇ ਤਰ੍ਹਾਂ ਰਾਈਟ X ਦਾ ਮਤਲਬ ਹੈ ਟ੍ਰਾਂਜੈਕਸ਼ਨ ਨੇ X ਵੈਲਿਊ ਜਿਹੜੀ ਹੈ ਉਹਦੇ ਵਿੱਚ ਡਾਟਾ ਰਾਈਟ ਕਰਤਾ। ਅਸਾਈਨਸ ਦਾ ਵੈਲਿਊ ਆਫ ਦਾ ਵੇਰੀਏਬਲ ਟੂ ਦਾ ਡਾਟਾ ਆਈਟਮ X ਇਨ ਦਾ ਬਫਰ ਬਲੌਕ। ਰੀਡ ਦਾ ਮਤਲਬ ਹੈ ਟ੍ਰਾਂਜੈਕਸ਼ਨ ਨੇ X ਜਿਹੜਾ ਡਾਟਾ ਆਈਟਮ ਹੈ ਹਾਰਡ ਡਿਸਕ ਦੇ ਆਪਣੇ DBMS ਦੇ ਵਿੱਚ ਡਾਟਾਬੇਸ ਦੇ ਵਿੱਚ, X ਡਾਟਾਬੇਸ ਦੇ ਵਿੱਚ ਕੋਈ ਡਾਟਾ ਆਈਟਮ ਹੈ ਉਸ ਨੂੰ ਵੇਰੀਏਬਲ 'ਚ ਰੀਡ ਕੀਤਾ। ਰਾਈਟ ਦਾ ਮਤਲਬ ਹੈ ਵੇਰੀਏਬਲ 'ਚ ਜੋ ਸੀ ਉਹ X ਦੇ ਵਿੱਚ ਰਾਈਟ ਹੋ ਗਿਆ ਡਾਟਾ ਆਈਟਮ, ਜਿਵੇਂ ਰੋਲ ਨੰਬਰ, ਨੇਮ, ਕੁਝ ਵੀ ਹੋ ਸਕਦਾ। ਇਹ ਬਫਰ ਬਲੌਕ ਇਜ਼ ਇਵੈਂਚੁਅਲੀ ਰਿਟਨ ਆਊਟ ਟੂ ਦਾ ਡਿਸਕ। ਇਹ ਬਫਰ ਦੇ ਵਿੱਚ ਟੈਂਪਰੇਰੀ ਹੁੰਦਾ ਰਹਿੰਦਾ, ਬਫਰ ਬਲੌਕ ਦੇ ਵਿੱਚ। ਬਫਰ ਬਲੌਕ ਵੀ ਮੈਮਰੀ 'ਚ ਹੀ ਹੁੰਦਾ ਤਾਂ ਹੁੰਦਾ ਰਹਿੰਦਾ। ਜਦੋਂ ਵੀ ਇਹ ਬਫਰ ਬਲੌਕ ਅਸੀਂ ਰਾਈਟ ਕਰਦੇ ਹਾਂ, ਕਮਿਟ ਵਗੈਰਾ ਕਰਦੇ ਹਾਂ ਜਾਂ ਆਪਾਂ ਕੋਈ ਇੰਸਟਰਕਸ਼ਨ ਦਿੰਦੇ ਹਾਂ, ਉਹ ਹਾਰਡ ਡਿਸਕ ਦੇ ਉੱਤੇ ਪਰਮਾਨੈਂਟਲੀ ट्रांसफर हो जाता है। सो बफर ब्लॉक इज इवेंचुअली रिटर्न टू द डिस्क ਤਾਂ ਜੋ ਪਰਮਾਨੈਂਟ ਸਟੋਰੇਜ ਹੋ ਸਕੇ। ਇਸ ਤਰ੍ਹਾਂ ਨਾਲ ਟ੍ਰਾਂਜੈਕਸ਼ਨ ਦਾ ਅਤੇ ਜਿਹੜਾ ਡਿਸਕ ਅਤੇ ਮੈਮਰੀ ਦੇ ਵਿਚਾਲੇ ਡਾਟਾ ਟ੍ਰਾਂਸਫਰ ਦਾ ਡਾਟਾ ਐਕਸੈਸ ਹੁੰਦੀ। ਰਿਕਵਰੀ ਐਂਡ ਐਟੋਮਿਸਿਟੀ। ਐਟੋਮਿਸਿਟੀ ਬਾਰੇ ਪਹਿਲਾਂ ਵੀ ਦੱਸਿਆ। ਐਟੋਮਿਸਿਟੀ ਦਾ ਮਤਲਬ ਹੈ ਕਿ ਕੰਪਲੀਟ ਟ੍ਰਾਂਜੈਕਸ਼ਨ ਐਜ਼ ਅ ਸਿੰਗਲ ਐਂਟੀਟੀ ਚੱਲਣੀ ਚਾਹੀਦੀ ਹੈ। ਅਗਰ ਉਹ ਨਹੀਂ ਚੱਲਦੀ ਜਾਂ ਵਿਚਾਲੇ ਪਾਰਟ ਦੇ ਵਿੱਚ ਚੱਲਦੀ ਹੈ ਤਾਂ ਉਹ ਫੇਲਰ ਮੰਨੀ ਜਾਂਦੀ। ਐਟੋਮਿਸਿਟੀ ਦਾ ਮਤਲਬ ਹੈ ਟ੍ਰਾਂਜੈਕਸ਼ਨ ਜੇ ਉਹਦੇ ਵਿੱਚ 10 ਸਟੇਟਮੈਂਟਸ ਵੀ ਨੇ ਇੱਕ ਟ੍ਰਾਂਜੈਕਸ਼ਨਸ, ਦੈਟ ਸ਼ੁੱਡ ਬੀ ਟੇਕਨ ਐਜ਼ ਅ ਸਿੰਗਲ ਐਂਟੀਟੀ। ਉਹ ਕੰਪਲੀਟ ਚੱਲੇ ਜਾਂ ਬਿਲਕੁਲ ਨਾ ਚੱਲੇ। ਰਿਕਵਰੀ ਉਦੋਂ ਹੁੰਦੀ ਹੈ ਜਦੋਂ ਐਟੋਮਿਸਿਟੀ ਖਰਾਬ ਹੋ ਜਾਵੇ, ਮਤਲਬ ਮੰਨ ਲਓ ਟ੍ਰਾਂਜੈਕਸ਼ਨ ਅੱਧੀ ਚੱਲ ਗਈ ਤਾਂ ਫਿਰ ਰਿਕਵਰੀ ਕਰਨੀ ਪਏਗੀ। ਕੰਸੀਡਰ ਅ ਬੈਂਕਿੰਗ ਸਿਸਟਮ ਐਂਡ ਦਾ ਟ੍ਰਾਂਜੈਕਸ਼ਨ T ਦੈਟ ਟ੍ਰਾਂਸਫਰਸ ₹50 ਫਰੋਮ ਅਕਾਊਂਟ A ਟੂ B। A ਤੋਂ B ਦੇ ਵਿੱਚ 50 ਰੁਪਏ ਟ੍ਰਾਂਸਫਰ ਕਰਨੇ ਨੇ। A ਅਕਾਊਂਟ ਹੈ, ਇੱਕ B ਅਕਾਊਂਟ ਹੈ। ਇਹਨਾਂ ਦੀਆਂ ਇਨੀਸ਼ੀਅਲ ਵੈਲਿਊਜ਼ ਨੇ 1000 ਐਂਡ 2000। A ਦੇ ਵਿੱਚ 1000 ਹੈ, B ਦੇ ਵਿੱਚ 2000 ਹੈ। ਹੁਣ ਜਦੋਂ ਟ੍ਰਾਂਸਫਰ ਕੰਪਲੀਟ ਹੋ ਜਾਏਗੀ ਤਾਂ A ਦੇ ਵਿੱਚ 950 ਰਹਿ ਜਾਣਗੇ ਐਂਡ B ਦੇ ਵਿੱਚ 2050 ਹੋ ਜਾਣਗੇ। ਇਹੀ ਹੋਣਾ ਚਾਹੀਦਾ। 50 ਰੁਪਏ ਉੱਧਰੋਂ ਘੱਟ ਜੇ, A ਚੋਂ 50 ਰੁਪਏ ਘਟਣੇ ਚਾਹੀਦੇ ਹੈ ਤੇ B ਦੇ ਵਿੱਚ 50 ਰੁਪਏ ਵਧਣੇ ਚਾਹੀਦੇ। ਪਰ ਮੰਨ ਲਓ ਵੀ A ਦੇ ਵਿੱਚੋਂ 50 ਰੁਪਏ ਕੱਢੇ ਗਏ, ਮਾਈਨਸ ਹੋ ਗਏ, ਪਰ B ਦੇ ਵਿੱਚ 50 ਰੁਪਏ ਜਮ੍ਹਾਂ ਹੋਣ ਤੋਂ ਪਹਿਲਾਂ ਟ੍ਰਾਂਜੈਕਸ਼ਨ ਫੇਲ ਹੋ ਗਈ। ਇਹਦਾ ਮਤਲਬ ਐਟੋਮਿਸਿਟੀ ਫੇਲ ਹੋ ਗਈ ਰਿਸਪੈਕਟਿਵਲੀ। ਸਪੋਜ਼ ਦੈਟ ਦਾ ਸਿਸਟਮ ਕ੍ਰੈਸ਼ ਹੈਜ਼ ਅਕਰਡ ਐਂਡ ਡਿਊਰਿੰਗ ਦ ਐਗਜ਼ੀਕਿਊਸ਼ਨ ਆਫ T, ਠੀਕ ਹੈ, ਹੈਜ਼ ਅਕਰਡ ਡਿਊਰਿੰਗ ਦ ਐਗਜ਼ੀਕਿਊਸ਼ਨ ਆਫ T, since the memory contents were lost we could invoke one of the two possible recovery procedures। ਸਾਡੇ ਕੋਲੇ ਦੋ ਤਰੀਕੇ ਹੋ ਸਕਦੇ ਨੇ ਇਸ ਤੋਂ ਰਿਕਵਰੀ ਕਰਨ ਦੇ। ਪਹਿਲਾ, ਅਸੀਂ do not re-execute T। ਜੇ ਆਪਾਂ T ਨੂੰ re-execute ਨਾ ਕਰੀਏ ਤਾਂ ਕੀ ਹੋਏਗਾ? The current system state
हैज़ द वैल्यूज 950 एंड 2000 फॉर ए एंड बी। ए ਦੇ ਵਿੱਚ 950 ਨੇ ਕਿਉਂਕਿ 50 ਰੁਪਏ ਮਾਈਨਸ ਹੋ ਗਏ ਸੀ, ਬੀ ਦੇ ਵਿੱਚ 2000 ਹੀ ਨੇ ਕਿਉਂਕਿ ਜਮ੍ਹਾਂ ਹੋਏ ਨਹੀਂ, ਵਿਚਾਲੇ ਫੇਲ ਹੋ ਗਿਆ। ਤਾਂ ਇਹ ਵੈਲਿਊਜ਼ ਨੇ। ਹੁਣ ਜੇ ਅਸੀਂ ਇਸ ਨੂੰ ਦੁਬਾਰਾ ਐਗਜ਼ੀਕਿਊਟ ਨਹੀਂ ਕਰਦੇ ਫਿਰ ਉਹ ਇਸੇ ਸਟੇਟ 'ਚ ਰਹਿ ਜਾਏਗਾ, 50 ਰੁਪਏ ਕਿੱਥੇ ਚਲੇ ਗਏ ਉਹ ਨਹੀਂ ਪਤਾ ਲੱਗੇਗਾ। ਇਹਦਾ ਮਤਲਬ ਹੋ ਗਿਆ ਸਿਸਟਮ ਇਜ਼ ਇਨ ਇਨਕਨਸਿਸਟੈਂਟ ਸਟੇਟ, ਇਨਕਨਸਿਸਟੈਂਸੀ ਆ ਗਈ ਕਿਉਂਕਿ 50 ਰੁਪੀਜ਼ ਦਾ ਕੋਈ ਹੱਲ ਨਹੀਂ ਹੋ ਰਿਹਾ, ਮਾਈਨਸ ਤਾਂ ਹੋ ਗਏ ਪਲੱਸ ਹੋਈ ਨਹੀਂ। ਦੂਜਾ ਤਰੀਕਾ ਵੀ ਅਸੀਂ ਇਹਨੂੰ ਰੀ ਐਗਜ਼ੀਕਿਊਟ ਕਰ ਦਈਏ, ਦੁਬਾਰਾ ਚਲਾ ਦਿਓ ਟ੍ਰਾਂਜੈਕਸ਼ਨ, ਫਿਰ ਉਲਟਾ ਹੋ ਜਾਏਗਾ। ਫਿਰ ਕੀ ਆ 50 ਰੁਪਏ ਦੁਬਾਰਾ ਫਿਰ ਮਾਈਨਸ ਹੋ ਜਾਣਗੇ। ਦਿਸ ਪ੍ਰੋਸੀਜਰ ਵਿਲ ਰਿਜ਼ਲਟ ਇਨ ਦ ਵੈਲਿਊ ਆਫ ਏ ਬਿਕਮਿੰਗ 900 ਕਿਉਂਕਿ 950 ਪਹਿਲਾਂ ਸੀ, ਦੁਬਾਰਾ ਚਲਾ ਦੀ 50 ਹੋਰ ਲੈਸ ਹੋ ਗਏ, ਠੀਕ ਹੈ। ਦੂਜੇ ਪਾਸੇ 2050 ਹੋ ਜਾਣਗੇ ਪਰ ਇਧਰਲੇ ਪਾਸੇ 900 ਰਹਿ ਗਏ ਰਾਦਰ ਦੈਨ 950। ਦਸ ਦਾ ਸਿਸਟਮ ਐਂਟਰਸ ਇਨ ਇਨਕਨਸਿਸਟੈਂਟ ਸਟੇਟ ਅਗੇਨ। ਸੋ ਦੋਨਾਂ ਚੀਜ਼ਾਂ 'ਚ ਪ੍ਰੋਬਲਮ ਆਏਗੀ। ਸੋ ਇਸ ਕਰਕੇ ਨਾ ਤਾਂ ਅਸੀਂ ਉਸ ਟ੍ਰਾਂਜੈਕਸ਼ਨ ਨੂੰ ਉਸੇ ਤਰ੍ਹਾਂ ਛੱਡ ਸਕਦੇ ਹਾਂ, ਨਾ ਹੀ ਉਸ ਨੂੰ ਦੁਬਾਰਾ ਐਗਜ਼ੀਕਿਊਟ ਕਰ ਸਕਦੇ ਹਾਂ। ਦੋਨਾਂ ਕੇਸਿਸ ਦੇ ਵਿੱਚ ਪ੍ਰੋਬਲਮ ਹੈ। ਇਨ ਆਈਦਰ ਕੇਸ ਦਾ ਡਾਟਾਬੇਸ ਇਜ਼ ਲੈਫਟ ਇਨ ਦਾ ਇਨਕਨਸਿਸਟੈਂਟ ਸਟੇਟ ਐਂਡ ਦਸ ਦਿਸ ਸਿੰਪਲ ਰਿਕਵਰੀ ਸਕੀਮ ਡਜ਼ ਨਾਟ ਵਰਕ। ਠੀਕ ਹੈ, ਇਹ ਤਰੀਕਾ ਕੰਮ ਨਹੀਂ ਕਰੇਗਾ, ਇਹ ਦੋਨੇ ਤਰੀਕੇ ਕੰਮ ਨਹੀਂ ਕਰਨੇ। ਫਿਰ ਕੰਮ ਕਿਵੇਂ ਕਰਨਾ ਉਹ ਆਪਾਂ ਲੌਗ ਬੇਸਡ ਰਿਕਵਰੀ ਤੋਂ ਕਰਾਂ। ਲੌਗ ਬੇਸਡ ਰਿਕਵਰੀ ਕੀ ਹੈ? ਜਦੋਂ ਵੀ ਤੁਸੀਂ DBMS ਮਤਲਬ ਜਿਹੜਾ DBMS ਹੈ ਕੋਈ ਟ੍ਰਾਂਜੈਕਸ਼ਨ ਐਗਜ਼ੀਕਿਊਟ ਕਰਦਾ ਹੈ ਤਾਂ ਉਹਦਾ ਇੱਕ ਲੌਗ ਬਣਾਉਂਦਾ ਹੈ। ਲੌਗ ਦਾ ਮਤਲਬ ਉਹਦੀ ਪੂਰੀ ਡਿਟੇਲ ਸਟੋਰ ਕਰਦਾ ਹੈ, ਕਿੰਨੇ ਵਜੇ ਟ੍ਰਾਂਜੈਕਸ਼ਨ ਸ਼ੁਰੂ ਹੋਈ, ਟ੍ਰਾਂਜੈਕਸ਼ਨ ਦਾ ID ਕੀ ਸੀ, ਉਹਦਾ ਡਾਟਾ ਆਈਟਮ ਕਿਹੜੀ ਚੇਂਜ ਹੋ ਰਹੀ ਸੀ, ਉਹਦੀ ਪੁਰਾਣੀ ਵੈਲਿਊ ਕੀ ਸੀ, ਉਹਦੀ ਨਵੀਂ ਵੈਲਿਊ ਕੀ ਸੀ। ਇਹ ਸਾਰੀ ਇਨਫੋਰਮੇਸ਼ਨ ਉਹ ਇੱਕ ਲੌਗ ਬੁੱਕ ਦੇ ਵਿੱਚ ਸਟੋਰ ਕਰਕੇ ਰੱਖਦਾ, ਜਿਵੇਂ ਆਪਾਂ ਐਕਟੀਵਿਟੀ ਬੁੱਕ ਕਹਿ ਸਕਦੇ ਹਾਂ, ਉਹ 'ਚ ਸਟੋਰ ਕਰਕੇ ਰੱਖਦਾ। ਡਾਟਾਬੇਸ 'ਚ ਜਿਹੜੀਆਂ ਚੇਂਜਸ ਕਰਨੀਆਂ ਨੇ ਉਹ ਅਲੱਗ ਨੇ, ਲੌਗ ਰਿਕਾਰਡ ਇੱਕ ਅਲੱਗ ਰਿਕਾਰਡ ਆ ਜਿਹਦੇ ਵਿੱਚ ਟ੍ਰਾਂਜੈਕਸ਼ਨ ਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਸਟੋਰ ਕੀਤੀ ਜਾਂਦੀ ਹੈ। ਹੁਣ ਉਹਦੇ ਨਾਲ ਰਿਕਵਰੀ ਕਿਵੇਂ ਹੋਏਗੀ ਉਹ ਆਪਾਂ ਦੇਖਦੇ ਹਾਂ। ਦ ਮੋਸਟ ਵਾਈਡਲੀ ਯੂਜ਼ਡ ਸਟਰਕਚਰ ਫॉर ਰਿਕਾਰਡਿੰਗ ਡਾਟਾਬੇਸ ਮੋਡੀਫਿਕੇਸ਼ਨ ਇਜ਼ ਦ ਲੌਗ। ਡਾਟਾਬੇਸ ਜਦੋਂ ਵੀ ਮੋਡੀਫਿਕੇਸ਼ਨ ਹੋਣੀ ਹੈ ਉਹਦਾ ਇੱਕ ਲੌਗ ਰਿਕਾਰਡ ਰੱਖਿਆ ਜਾਏਗਾ। ਦ ਲੌਗ ਇਜ਼ ਅ ਸੀਕੁਐਂਸ ਆਫ ਲੌਗ ਰਿਕਾਰਡਸ ਰਿਕਾਰਡਿੰਗ ਆਲ ਦ ਅਪਡੇਟ ਐਕਟੀਵਿਟੀਜ਼ ਇਨ ਦ ਡਾਟਾਬੇਸ। ਠੀਕ ਹੈ, ਜੋ ਵੀ ਅਪਡੇਟ ਡਿਲੀਟ ਇਨਸਰਟ ਕੁਝ ਵੀ ਹੋ ਰਿਹਾ ਉਹਦਾ ਇੱਕ ਲੌਗ ਰੱਖਿਆ ਜਾਂਦਾ। ਐਨ ਅਪਡੇਟ ਲੌਗ ਰਿਕਾਰਡ ਡਿਸਕ੍ਰਾਈਬਸ ਅ ਸਿੰਗਲ ਡਾਟਾਬੇਸ ਰਾਈਟ। ਇਟ ਹੈਜ਼ 3 ਫੀਲਡਸ। ਇੱਕ ਰਿਕਾਰਡ ਦੇ ਵਿੱਚ ਇੱਕ ਰਾਈਟ ਦੱਸਿਆ ਜਾਂਦਾ ਹੈ, ਇੱਕ ਰਾਈਟ ਮਤਲਬ ਜੇ ਟ੍ਰਾਂਜੈਕਸ਼ਨ ਦੇ ਵਿੱਚ 10 ਸਟੇਟਮੈਂਟ ਨੇ ਰਾਈਟ ਕਰਨੀਆਂ ਤਾਂ 10 ਲੌਗ ਰਿਕਾਰਡ ਬਣਨਗੇ, ਹਰੇਕ ਸਟੇਟਮੈਂਟ ਦਾ ਅੱਡ ਸਿੰਗਲ ਰਾਈਟ। ਕਈ ਵਾਰ ਇੱਕ ਸਟੇਟਮੈਂਟ ਇੱਕ ਤੋਂ ਜ਼ਿਆਦਾ ਰਾਈਟ ਵੀ ਕਰ ਦਿੰਦੀ ਹੈ, 2-3 ਆਈਟਮਸ ਇਕੱਠੀਆਂ ਚੇਂਜ ਕਰ ਦਿੰਦੀ ਹੈ। ਤਾਂ ਹਰੇਕ ਆਈਟਮ ਦੇ ਲਈ ਇੱਕ ਅਲੱਗ ਰਿਕਾਰਡ ਉਹਦੇ 'ਚ ਸਟੋਰ ਕੀਤਾ ਜਾਂਦਾ। ਉਹਦੇ ਵਿੱਚ ਹੁੰਦਾ ਕੀ ਹੈ ਲੌਗ ਰਿਕਾਰਡ 'ਚ? ਟ੍ਰਾਂਜੈਕਸ਼ਨ ਆਇਡੈਂਟੀਫਾਇਰ, ਟ੍ਰਾਂਜੈਕਸ਼ਨ ਦਾ ਇੱਕ ID ਹੁੰਦਾ ਪ੍ਰੋਪਰ, ਜਿਵੇਂ ਆਪਾਂ ਕਹਿੰਦੇ ਹਾਂ ID ਆਧਾਰ ਕਾਰਡ ਕਹਿ ਦਿੰਦੇ ਹਾਂ, ਉਵੇਂ ਉੱਥੇ ਇੱਕ ਨੰਬਰ ਹੁੰਦਾ ਪ੍ਰੋਪਰ ਟ੍ਰਾਂਜੈਕਸ਼ਨ ਦਾ ਵੀ ਆਹ ਟ੍ਰਾਂਜੈਕਸ਼ਨ ID ਹੈ। ਕਿਹੜੀ ਡਾਟਾ ਆਈਟਮ ਚੇਂਜ ਹੋ ਰਹੀ ਹੈ, ਡਾਟਾ ਆਈਟਮ ਆਇਡੈਂਟੀਫਾਇਰ, ਉਹਦਾ ਵੀ ਇੱਕ ਆਇਡੈਂਟੀਫਾਇਰ ਹੁੰਦਾ, ਉਹਦਾ ਨੰਬਰ ਲਾਇਆ ਜਾਂਦਾ। ਓਲਡ ਵੈਲਿਊ ਆਫ ਡਾਟਾ ਆਈਟਮ, ਡਾਟਾ ਆਈਟਮ ਦੀ ਪੁਰਾਣੀ ਵੈਲਿਊ ਕੀ ਸੀ। ਨਿਊ ਵੈਲਿਊ ਆਫ ਡਾਟਾ ਆਈਟਮ, ਡਾਟਾ ਆਈਟਮ ਦੀ ਨਵੀਂ ਵੈਲਿਊ ਕੀ ਹੈ। ਇਹ ਸਾਰੀਆਂ ਚੀਜ਼ਾਂ ਲੌਗ ਰਿਕਾਰਡ 'ਚ ਸਟੋਰ ਹੁੰਦੀਆਂ ਨੇ। ਫॉर एग्जाम्पल ए लॉग व्हेन सम नेम इज चेंज्ड may look like this। ਜਦੋਂ ਲੌਗ ਰਿਕਾਰਡ ਐਦਾਂ ਦਾ ਹੋਏਗਾ, ਕੋਈ ਨਾਮ ਚੇਂਜ ਕਰਨਾ, ਮੰਨ ਲਓ ਰਾਜਾ ਸੀ ਉਹ ਨਾਮ ਬਦਲ ਕੇ ਰਾਣਾ ਕਰਨਾ, ਰਾਜਾ ਦਾ ਨਾਮ ਬਦਲ ਕੇ ਰਾਣਾ ਕਰਨਾ, ਠੀਕ ਕਰਨਾ ਹੈ ਮੰਨ ਲਓ, ਤਾਂ ਉਹਦਾ ਲੌਗ ਰਿਕਾਰਡ ਇਦਾਂ ਦਾ ਬਣੇਗਾ T, ਸਟਾਰਟ, ਫਿਰ T ਮਤਲਬ ਟ੍ਰਾਂਜੈਕਸ਼ਨ ਆਇਡੈਂਟੀਫਾਇਰ, ਨੇਮ ਮਤਲਬ ਡਾਟਾ ਆਈਟਮ ਦਾ ਨਾਮ ਕੀ ਹੈ, ਰਾਜਾ ਡਾਟਾ ਆਈਟਮ ਦਾ ਨਾਮ ਹੈ ਨੇਮ, ਮਤਲਬ नेम चेंज हो रहा है ना, डाटा आइटम का नाम है नेम, राजा ओल्ड वैल्यू है, राणा न्यू वैल्यू है। फिर T, कमिट, कमिट मतलब एंड, सेव द चेंजेस। ऐदा ये लॉग रिकॉर्ड एक आइटम के चेंज होने का, इदा का हरेक आइटम के चेंज होने का या अपडेट का, इंसर्ट का, डिलीट का एक लॉग रिकॉर्ड बनता है। हुण इहदा फायदा की होएगा, किवें रिकवरी करेगा ये, वो आपां अगे देखते हैं। इहदे च 2 तरीके यूज किए जाएंगे। पहला है इमीडिएट डाटाबेस मॉडिफिकेशन। ਇਮੀਡੀਏਟ ਡਾਟਾਬੇਸ ਮੋਡੀਫਿਕੇਸ਼ਨ ਵੀ ਨਾਲ ਦੀ ਨਾਲ ਹੀ ਡਾਟਾਬੇਸ ਮੋਡੀਫਾਈ ਕਰੀ ਜਾਣਾ ਹੈ, ਨਾਲ ਦੀ ਨਾਲ ਹੀ ਕਰੀ ਜਾਣਾ। ਜਿਉਂ-ਜਿਉਂ ਲੌਗ ਵਧੀ ਜਾਏਗਾ, ਲੌਗ 'ਚ ਰਿਕਾਰਡ ਹੋਈ ਜਾਏਗਾ, ਨਾਲ ਦੀ ਨਾਲ ਡਾਟਾਬੇਸ ਚੇਂਜਸ ਹੋਈ ਜਾਣਗੀਆਂ। ਇਸ ਕਰਕੇ ਨਾਮ ਹੈ ਇਮੀਡੀਏਟ ਡਾਟਾਬੇਸ ਮੋਡੀਫਿਕੇਸ਼ਨ। ਦ ਇਮੀਡੀਏਟ ਡਾਟਾਬੇਸ ਮੋਡੀਫਿਕੇਸ਼ਨ ਟੈਕਨੀਕ ਅਲਾਉਜ਼ ਡਾਟਾਬੇਸ ਮੋਡੀਫਿਕੇਸ਼ਨ ਟੂ ਬੀ ਡਨ ਟੂ ਦ ਡਾਟਾਬੇਸ ਵਾਈਲ ਦ ट्रांजैक्शन इज स्टिल इन द एक्टिव स्टेट। ट्रांजैक्शन चल रही है, ट्रांजैक्शन एक्टिव है,
ਉਹ ਆਪਦੇ ਕੰਮ ਕਰ ਰਹੀ ਹੈ, ਨਾਲ ਦੀ ਨਾਲ ਹੀ ਡਾਟਾਬੇਸ ਦੇ ਵਿੱਚ ਡਾਟਾ ਅਪਡੇਟ ਹੋ ਰਿਹਾ, ਨਾਲ ਦੀ ਨਾਲ ਹੀ ਲੌਗ ਦੇ ਵਿੱਚ ਲੌਗ ਜਾ ਰਹੇ। The data modification written by active transactions are called uncommitted modification। ਡਾਟਾਬੇਸ ਦੇ ਵਿੱਚ ਚੇਂਜ ਹੋ ਰਹੀ ਹੈ ਪਰ ਕਮਿਟ ਨਹੀਂ ਹੋਈ। ਕਮਿਟ ਮਤਲਬ ਪਰਮਾਨੈਂਟ ਸੇਵ ਨਹੀਂ ਕੀਤੀ ਗਈ। ਇੱਕ ਕਮਿਟ ਕਮਾਂਡ ਹੁੰਦੀ ਹੈ ਜੋ ਐਂਡ 'ਚ ਦਿੰਦੇ ਹਾਂ ਅਸੀਂ, ਜਿਹਦੇ ਨਾਲ ਸਾਰੀਆਂ ਚੀਜ਼ਾਂ ਪਰਮਾਨੈਂਟ ਹੋ ਜਾਂਦੀਆਂ ਨੇ। ਜਿੰਨਾ ਚਿਰ ਕਮਿਟ ਨਹੀਂ ਕਰਦੇ ਉਹਨਾਂ ਚਿਰ ਤੱਕ ਅਨਡੂ ਕਰ ਸਕਦੇ ਹਾਂ, ਜਿਹਨੂੰ ਡਾਟਾਬੇਸ ਕਹਿੰਦੇ ਆ। ਰਿਵੋਕ ਕਰ ਸਕਦੇ ਹਾਂ, ਵਾਪਸ ਕਰ ਸਕਦੇ ਹਾਂ ਉਹਨਾਂ ਨੂੰ, ਆਪਾਂ ਉਹਨਾਂ ਚੇਂਜਸ ਨੂੰ ਕੈਂਸਲ ਕਰ ਸਕਦੇ ਹਾਂ। ਠੀਕ ਹੈ, ਉਹਨਾਂ ਨੂੰ ਵਾਪਸ ਕਰ ਸਕਦੇ ਹਾਂ ਆਪਾਂ ਜਿਹੜੀਆਂ ਚੇਂਜਸ ਕੀਤੀਆਂ ਗਈਆਂ। ਤਾਂ ਅਨਕਮਿਟਡ ਜਿਹੜੀਆਂ ਮੋਡੀਫਿਕੇਸ਼ਨਸ ਨੇ ਉਹ ਮੰਨੀਆਂ ਜਾਣਗੀਆਂ ਉਹ, ਕਿਉਂਕਿ ਨਾਲ ਦੀ ਨਾਲ ਹੋ ਰਹੀਆਂ ਨੇ। ਇਫ ਦਾ ਸਿਸਟਮ ਕ੍ਰੈਸ਼ ਔਰ ਟ੍ਰਾਂਜੈਕਸ਼ਨ ਅਬੋਰਟਸ, ਜਾਂ ਸਿਸਟਮ ਕ੍ਰੈਸ਼ ਹੋ ਜਾਵੇ ਜਾਂ ਟ੍ਰਾਂਜੈਕਸ਼ਨ ਅਬੋਰਟ ਹੋ ਜਾਵੇ, ਕੈਂਸਲ ਹੋ ਜਾਵੇ, then the old value field of the log record is used to restore the modified data items to the value they had prior to the start of the transaction। ਮੰਨ ਲਓ ਕਿ ਵਿਚਾਲੇ ਟ੍ਰਾਂਜੈਕਸ਼ਨ ਰੁਕ ਗਈ ਤਾਂ ਕੀ ਹੋਏਗਾ, ਲੌਗ ਦੇ ਵਿੱਚੋਂ ਪੁਰਾਣੀ ਵੈਲਿਊ ਚੱਕ ਕੇ ਉੱਥੇ ਆਪਾਂ ਉਹਨਾਂ ਵੈਲਿਊਜ਼ ਜਿਹੜੀਆਂ ਚੇਂਜਸ ਹੋਈਆਂ ਨੇ ਅੱਧੀਆਂ ਪਚੰਦੀਆਂ, ਉਹਨਾਂ ਤੇ ਪੁਰਾਣੀਆਂ ਵੈਲਿਊਜ਼ ਪਾ ਦਿਆਂਗੇ ਤਾਂ ਜੋ ਜਿਹੜੀ ਟ੍ਰਾਂਜੈਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਸਟੇਟ ਸੀ ਉੱਥੇ ਉਹ ਵਾਪਸ ਚਲੀਆਂ ਜਾਣ। ਇਹ ਇੱਕ ਤਰੀਕਾ ਹੈ। ਟ੍ਰਾਂਜੈਕਸ਼ਨ ਦੇ ਵਿਚਾਲੇ ਫੇਲ ਹੋਣ ਦੇ ਨਾਲ ਜਿੰਨੀਆਂ ਵੀ ਮੋਡੀਫਿਕੇਸ਼ਨਸ ਹੋਈਆਂ ਨੇ ਲੌਗ ਰਿਕਾਰਡ 'ਚੋਂ ਓਲਡ ਵੈਲਿਊਜ਼ ਮਿਲ ਜਾਣਗੀਆਂ, ਉਹ ਵਾਪਸ ਉਹਨਾਂ ਨਿਊ ਵੈਲਿਊਜ਼ ਨੂੰ ਖਤਮ ਕਰਕੇ ਨਵੀਆਂ ਪੁਰਾਣੀਆਂ ਵੈਲਿਊਜ਼ ਪਾ ਦਾਂਗੇ ਤਾਂ ਜੋ ਸ਼ੁਰੂ ਹੋਣ ਵਾਲੀ ਸਟੇਟ ਤੇ ਵਾਪਸ ਚਲੀ ਜਾਵੇ, ਸਟੇਟ ਜਿਹੜੀ ਹੈ ਟ੍ਰਾਂਜੈਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਡਾਟਾਬੇਸ ਦੀ। ਦਿਸ ਰੀਸਟੋਰੇਸ਼ਨ ਇਜ਼ ਅਕੰਪਲਿਸ਼ਡ ਥਰੂ ਦਾ ਅਨਡੂ ਆਪਰੇਸ਼ਨ। ਅਸੀਂ ਲਿਖਦੇ ਹਾਂ ਅਨਡੂ ਟੀ, ਮਤਲਬ ਉਹਨੂੰ ਅਨਡੂ ਕਰ ਸਕਦੇ ਹਾਂ, ਅਸੀਂ ਕੈਂਸਲ ਕਰ ਸਕਦੇ ਹਾਂ। ਇਟ ਰੀਸਟੋਰਸ the value of all data items updated by transaction T to the old values. Before a transaction T starts its execution, the record T comma start is written to the log। वो आप पीछे पढ़े हैं। During its execution, any write X operation by T is performed by writing of the appropriate new update record to the log। When T partially commits, the record T comma commit is written to the ਲੌਗ। ਠੀਕ ਹੈ, ਇਸ ਤਰ੍ਹਾਂ ਨਾਲ ਇਹ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਇਹ ਤਾਂ ਸਿਰਫ ਐਕਸਪਲੇਨੇਸ਼ਨ ਹੈ ਇਹਦੀ। ਜਦੋਂ ਸ਼ੁਰੂ ਹੁੰਦੀ ਹੈ ਤਾਂ ਟੀ ਕੋਮਾ ਸਟਾਰਟ, ਫਿਰ ਕੋਈ ਰਾਈਟ ਵਗੈਰਾ ਕਰਨਾ ਹੈ ਉਹਦੀ ਇਨਫੋਰਮੇਸ਼ਨ, ਫਿਰ ਟੀ ਕੋਮਾ ਕਮਿਟ, ਇਹ ਕੀਤਾ ਜਾਂਦਾ। ਤਾਂ ਇਸ ਦੇ ਦੌਰਾਨ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਓਲਡ ਵੈਲਿਊਜ਼ ਰਿਪਲੇਸ ਕਰ ਦਿਆਂਗੇ, ਉਹਦੇ ਨਾਲ ਜਿਹੜਾ ਡਾਟਾਬੇਸ ਹੈ ਵਾਪਸ ਪੁਰਾਣੀ ਸਟੇਟ 'ਚ ਚਲਾ ਜਾਏਗਾ ਤੇ ਉਹ ਜਿਹੜੀ 50 ਰੁਪਏ ਵਾਲੀ ਪਿੱਛੇ ਆਪਾਂ ਡਿਸਕਸ ਕੀਤੀ ਪ੍ਰੋਬਲਮ ਆਈ ਸੀ ਉਹ ਨਹੀਂ ਆਏ। ਦੂਸਰਾ ਹੈ ਡੈਫਰਡ ਡਾਟਾਬੇਸ ਮੋਡੀਫਿਕੇਸ਼ਨ। ਵੀ ਡਾਟਾਬੇਸ 'ਚ ਮੋਡੀਫਿਕੇਸ਼ਨ ਕਰੋ ਹੀ ਨਾ ਜਿੰਨਾ ਚਿਰ ਤੱਕ ਅਸੀਂ ਇਨਸ਼ੋਰ ਨਹੀਂ ਹੋ ਜਾਂਦੇ ਕਿ ਸਾਰਾ ਕੁਝ ਠੀਕ ਹੈ। ਸਾਰਾ ਕੁਝ ਟੈਂਪਰੇਰੀ ਚੇਂਜ ਕਰੋ, ਬਾਅਦ 'ਚ ਉਹਨੂੰ ਆਪਾਂ ਪਰਮਾਨੈਂਟ ਕਰਾਂਗੇ। ਇਟ ਇਨਸ਼ੋਰਸ ਟ੍ਰਾਂਜੈਕਸ਼ਨ ਆਟੋਮਿਸਿਟੀ ਬਾय ਰਿਕਾਰਡਿੰਗ ਆਲ ਡਾਟਾਬੇਸ ਮੋਡੀਫਿਕੇਸ਼ਨ ਇਨ ਦਾ ਲੌਗ, ਬਟ ਡੈਫਰਿੰਗ ਦਾ ਮਤਲਬ ਡਿਲੇ ਕਰ ਦੇਣਾ। ਡੈਫਰਿੰਗ ਦਾ ਐਗਜ਼ੀਕਿਊਸ਼ਨ ਆਫ ਆਲ ਰਾਈਟ ਆਪਰੇਸ਼ਨਸ ਆਫ a transaction until the transaction partially commits। A transaction is said to be partially committed once the final action of the transaction has been executed। ਜਦੋਂ ਉਹਨੇ ਸਾਰੇ ਕੰਮ ਕਰਤੇ, ਫਾਈਨਲ ਐਕਸ਼ਨ ਕਰਤਾ, ਤਾਂ ਅਸੀਂ ਕਹਿੰਦੇ ਹਾਂ ਕਿ ਟ੍ਰਾਂਜੈਕਸ਼ਨ ਪਾਰਸ਼ੀਅਲੀ ਕਮਿਟ ਹੋ ਚੁੱਕੀ ਹੈ, ਪਰ ਡਾਟਾ ਪਰਮਾਨੈਂਟ ਨਹੀਂ ਅਜੇ ਭੇਜਿਆ ਗਿਆ। ਤਾਂ ਉਦੋਂ ਬਾਅਦ ਕਮਿਟ ਕੀਤਾ ਜਾਂਦਾ ਤਾਂ ਜੋ ਪਰਮਾਨੈਂਟ ਹੋ ਜਾਵੇ। ਇਸ ਸਟੇਜ ਤੱਕ ਅਗਰ ਪਹੁੰਚ ਗਿਆ, ਸਾਰੀਆਂ ਚੇਂਜਸ ਉਹਨੇ ਕਰ ਲੀਆਂ ਤੇ ਸਾਰਾ ਕੁਝ ਓਕੇ ਹੈ, ਫਿਰ ਆਪਾਂ ਮੋਡੀਫਿਕੇਸ਼ਨ ਸ਼ੁਰੂ ਕਰਨੀ ਹੈ। ਇਹਨੂੰ ਕਹਿੰਦੇ ਆ ਡੈਫਰਡ ਡਾਟਾਬੇਸ ਮੋਡੀਫਿਕੇਸ਼ਨ। The recovery procedure of deferred database modification is based on redo procedure। redo T ਦਾ ਮਤਲਬ ਹੈ ਉਹ ਚੇਂਜਸ ਕਰ ਦੇਗਾ, ਨਵੀਆਂ ਵੈਲਿਊਜ਼ ਰਿਪਲੇਸ ਕਰ ਦੇ। It sets the value of all the data items updated by transaction T to the new values from the log record। log record ਚੋਂ ਨਵੀਆਂ ਵੈਲਿਊ ਚੱਕੇਗਾ ਤੇ ਸਾਰੀਆਂ ਦੀਆਂ ਸਾਰੀਆਂ ਨੂੰ ਰਿਪਲੇਸ ਕਰ ਦੇ ਇਕੱਠੀਆਂ। ਇਹਦੇ ਨਾਲ ਵੀ ਉਹ ਪ੍ਰੋਬਲਮ ਨਹੀਂ ਆਏਗੀ। ਆਫਟਰ ਏ ਫੇਲਰ ਹੈਜ਼ ਅਕਰਡ ਦ ਰਿਕਵਰੀ ਸਬ ਸਿਸਟਮ ਕੰਸਲਟਸ ਦ ਲੌਗ। ਜੇ ਮੰਨ ਲਓ ਵਿਚਾਲੇ ਫੇਲ ਹੋ ਗਈ, ਜਿਵੇਂ ਆਪਾਂ ਪਿੱਛੇ ਡਿਸਕਸ ਕਰਿਆ, ਮੰਨ ਲਓ 50 ਰੁਪਏ ਮਾਈਨਸ ਹੋਏ ਸੀ, ਪਲੱਸ ਨਹੀਂ ਹੋਏ, ਵਿਚਾਲੇ ਫੇਲ ਹੋ ਗਈ, ਫਿਰ ਕੀ ਹੋਏਗਾ? ਰਿਕਵਰੀ ਸਿਸਟਮ ਕੰਸਲਟਸ ਦ ਲੌਗ ਟੂ ਡਿਟਰਮਾਈਨ ਵਿਚ ਟ੍ਰਾਂਜੈਕਸ਼ਨ ਨੀਡ ਟੂ ਬੀ ਰੀਡਨ। ਕਿਹੜੀ ਟ੍ਰਾਂਜੈਕਸ਼ਨ ਨੂੰ ਰੀਡਨ ਕਰਨਾ ਹੈ ਉਹ ਉਹਦੇ ਚੋਂ ਲੌਗ ਚੋਂ ਪਤਾ ਲੱਗ ਜਾਏਗਾ। ਟ੍ਰਾਂਜੈਕਸ਼ਨ TI needs to be redone if and only if log contains both the record
ਟੀ ਕੌਮਾ ਸਟਾਰਟ ਐਂਡ ਟੀ ਕੌਮਾ ਕਮਿਟ, ਜੇ ਦੋਨੇ ਹੀ ਉਹਦੇ ਵਿੱਚ ਅਵੇਲੇਬਲ ਨੇ, ਟੀ ਸਟਾਰਟ ਐਂਡ ਟੀ ਕਮਿਟ ਦੋਨੇ ਹੀ ਹੈਗੇ ਨੇ, ਤਾਂ ਇਹਦਾ ਮਤਲਬ ਹੈ ਟ੍ਰਾਂਜੈਕਸ਼ਨ ਨੂੰ ਰੀਡਨ ਕਰਨਾ ਚਾਹੀਦਾ, ਕਿਉਂਕਿ ਉਹ ਪਾਰਸ਼ਲੀ ਕਮਿਟ ਹੋ ਚੁੱਕੀ ਹੈ। Thus, if the system crashes after the transaction completes its execution, then the information in the log is used to restore the system to the previously consistent state। ठीक है, रीडन ਤਾਂ ਹੋਏਗਾ ਜੇ ਉਹ ਕਮਿਟ ਹੋ ਚੁੱਕੀ ਹੈ, ਫਿਰ ਤਾਂ ਉਹ ਪਰਮਾਨੈਂਟਲੀ ਕਰ ਦੇਗਾ। ਜੇ ਕਮਿਟ ਨਹੀਂ ਹੋਈ, ਆ ਕਮਿਟ ਨਹੀਂ ਹੋਈ ਲੌਗ ਦੇ ਵਿੱਚ, ਤਾਂ ਇਹਦਾ ਮਤਲਬ ਉਹ ਵਿਚਾਲੇ ਫੇਲ ਹੋ ਗਈ। ਜੇ ਉਹ ਵਿਚਾਲੇ ਫੇਲ ਹੋ ਗਈ ਤਾਂ ਫਿਰ ਉਹ ਜਿਹੜੀਆਂ ਨਵੀਆਂ ਵੈਲਿਊਜ਼ ਉੱਥੇ ਪਾਉਣੀਆਂ ਸੀ ਓਲਡ ਦੀ ਜਗ੍ਹਾ ਤੇ, ਉਹ ਨਹੀਂ ਪਾਈਆਂ ਜਾਣਗੀਆਂ, ਫਿਰ ਰੀਡੂ ਨਹੀਂ ਕੀਤਾ ਜਾਏਗਾ। ਮਤਲਬ ਕਿ ਡੈਫਰਡ ਡਾਟਾਬੇਸ ਮੋਡੀਫਿਕੇਸ਼ਨ ਫਿਰ ਨਹੀਂ ਕੀਤੀ ਜਾਏਗੀ, ਉਹ ਆਪਣੇ ਆਪ ਹੀ ਪੁਰਾਣੀ ਸਟੇਟ 'ਚ ਪਹਿਲਾਂ ਹੀ ਸੀਗਾ, ਉਹ ਪੁਰਾਣੀ 'ਚ ਹੀ ਰਹਿ ਜਾਏਗਾ। ਇਹ ਸਿੰਪਲ ਜੀ ਗੱਲ, ਜੋ ਪੁਰਾਣੀ 'ਚ ਹੈਗਾ ਹੀ ਸੀ ਉਹ ਨਵਾਂ ਕਰਿਆ ਹੀ ਨਹੀਂ। ਨਵਾਂ ਤਾਂ ਡੈਫਰਡ ਸੀ ਨਾ, ਬਾਅਦ 'ਚ ਕਰਨਾ ਸੀ। ਕਦੋਂ ਕਰਨਾ ਸੀ? ਜਦੋਂ ਕਮਿਟ ਪੂਰੀ ਹੋ ਜਾਂਦੀ। ਕਮਿਟ ਹੋਈ ਨਹੀਂ, ਇਸ ਕਰਕੇ ਉਹ ਕੀਤਾ ਨਹੀਂ। ਜੇ ਕਮਿਟ ਹੈ ਤਾਂ ਰੀਡੂ ਕਰ ਦੋ, ਜੇ ਨਹੀਂ ਹੈ ਤਾਂ ਨਾ ਕਰੋ। ਜੇ ਨਾ ਕਰੋ ਦਾ ਮਤਲਬ ਉਹ ਵਿਚਾਲੇ ਫੇਲ ਹੋ ਚੁੱਕੀ, ਉਹ ਪੁਰਾਣੀ ਸਟੇਟ 'ਚ ਹੀ ਰੱਖਣਾ। ਚੈੱਕ ਪੁਆਇੰਟਸ, ਹੁਣ ਜਿੱਥੋਂ ਆਪਾਂ ਲੌਗ ਦੀ ਗੱਲ ਕਰੀਏ, ਇੱਕ ਆਈਟਮ ਦੇ ਲਈ ਇੱਕ ਰਿਕਾਰਡ ਬਣ ਜਾਂਦਾ, ਦੂਜੀ ਆਈਟਮ ਲਈ 2 ਰਿਕਾਰਡ ਬਣ ਗਏ, ਤੀਜੀ ਲਈ 3, 5 ਆਈਟਮਾਂ ਚੇਂਜ ਕੀਤੀਆਂ, 5 ਰਿਕਾਰਡ। ਇਸ ਸਟਾਫ ਨਾਲ ਦਾ ਅਗਰ ਅਸੀਂ ਸੋਚੀਏ ਤਾਂ ਡਾਟਾਬੇਸ ਨਾਲੋਂ ਵੱਡਾ ਸਾਈਜ਼ ਲੌਗ ਦਾ ਹੋ ਜਾਏਗਾ। ਡਾਟਾਬੇਸ 'ਚ ਉਹਨਾਂ ਡਾਟਾ ਨਹੀਂ ਹੋਣਾ ਜਿੰਨਾ ਲੌਗ ਦੇ ਵਿੱਚ ਡਾਟਾ ਇਕੱਠਾ ਹੋ ਜਾਣਾ, ਜੇ ਆਪਾਂ ਹਰੇਕ ਚੀਜ਼ ਦਾ ਰਿਕਾਰਡ ਰੱਖਣ ਲੱਗੇ। ਤਾਂ ਅਲਟਰਨੇਟਿਵ ਹੈ ਸਾਡੇ ਕੋਲੇ ਚੈੱਕ ਪੁਆਇੰਟਸ, ਜੋ ਕਿ ਲੌਗ ਦੇ ਰਿਕਾਰਡ ਨੂੰ ਛੋਟਾ ਕਰ ਦਿੰਦੇ। ਟ੍ਰਾਂਜੈਕਸ਼ਨਸ ਮੇ ਹੈਵ ਨੰਬਰ ਆਫ ਸਟੈਪਸ, ਇੱਕ ਟ੍ਰਾਂਜੈਕਸ਼ਨ ਬਹੁਤ ਸਾਰੇ ਸਟੈਪ ਲੈਂਦੀ ਹੈ। ਮੇਨਟੇਨਿੰਗ ਦਾ ਲੌਗ ਫॉर ਈਚ ਸਟੈਪ ਵਿਲ ਇਨਕਰੀਜ਼ ਦਾ ਲੌਗ ਫਾਈਲ ਸਾਈਜ਼, ਲੌਗ ਫਾਈਲ ਦਾ ਸਾਈਜ਼ ਵੱਧ ਜਾਏਗਾ। ਸੋ ਚੈੱਕ ਪੁਆਇੰਟਸ ਆਰ ਯੂਜ਼ਡ ਟੂ ਮੇਕ ਸਮਾਲ ਲੌਗ ਫਾਈਲ, ਲੌਗ ਫਾਈਲ ਦਾ ਸਾਈਜ਼ ਸਮਾਲ ਕਰਨਾ ਹੈ ਵਿਦ ਈਜ਼ੀ ਰਿਕਵਰੀ ਆਫ ਡਾਟਾ ਇਨ ਕੇਸ ਆਫ ਫੇਲਰ। ਉਹ ਕਿਵੇਂ ਕਰਦੇ ਆ? ਅਸੀਂ ਚੈੱਕ ਪੁਆਇੰਟ ਲਾ ਦਿੰਦੇ ਹਾਂ। ਜਿਵੇਂ ਆਪਾਂ ਮੰਨ ਲਓ ਰੋਡ ਤੇ ਜਾਂਦੇ ਹਾਂ, ਰਸਤੇ 'ਚ ਆਪਾਂ ਦੇਖੇ ਹੋਣਗੇ ਇੱਧਰਲੇ ਪਾਸੇ ਕਿਲੋਮੀਟਰ ਵਾਲੇ ਪੱਥਰ ਲੱਗੇ ਹੁੰਦੇ ਨੇ, 2 ਕਿਲੋਮੀਟਰ ਤੇ 4, ਫਿਰ ਅੱਗੇ ਲੱਗੇ ਹੋਏ ਨੇ, ਉੱਦਾਂ ਦੇ ਚੈੱਕ ਪੁਆਇੰਟ ਨੇ। ਮੰਨ ਲਓ ਹਰੇਕ ਚੈੱਕ ਪੁਆਇੰਟ ਤੇ ਸਟੇਟ ਚੈੱਕ ਕਰ ਲਈ ਜਾਂਦੀ ਹੈ, ਜੇ ਉੱਥੇ ਤੱਕ ਓਕੇ ਹੈ ਤਾਂ ਪਿਛਲਾ ਡਾਟਾ ਰਿਮੂਵ ਕਰ ਦਿਓ, ਕਿਉਂਕਿ ਪਿਛਲੇ ਦੀ ਲੋੜ ਨਹੀਂ, ਉੱਥੇ ਤੱਕ ਓਕੇ ਹੈ। ਬਸ ਇਹ ਕੰਮ ਹੈ ਚੈੱਕ ਪੁਆਇੰਟ ਦਾ, ਮਤਲਬ ਜਿੰਨਾ ਓਕੇ ਹੋਈ ਜਾਂਦਾ ਪਿਛਲਾ ਡਿਲੀਟ ਕਰੀ ਜਾਓ। ਡਿਊਰਿੰਗ ਦਾ ਐਗਜ਼ੀਕਿਊਸ਼ਨ ਆਫ ਦਾ ਟ੍ਰਾਂਜੈਕਸ਼ਨ ਚੈੱਕ ਪੁਆਇੰਟਸ ਆਰ ਮਾਰਕਡ, ਚੈੱਕ ਪੁਆਇੰਟ ਲਾ ਦਿੱਤੇ ਜਾਂਦੇ ਨੇ ਪਹਿਲਾਂ ਹੀ। ਐਂਡ ਦਾ ਲੌਗ ਫਾਈਲਸ ਵਿਲ ਬੀ ਕ੍ਰੀਏਟਡ ਐਜ਼ ਯੂਜ਼ੁਅਲ ਵਿਦ ਦਾ ਸਟੈਪਸ ਆਫ ਦਾ ਟ੍ਰਾਂਜੈਕਸ਼ਨ, ਪਹਿਲਾਂ ਦੀ ਤਰ੍ਹਾਂ ਹੀ ਲੌਗ ਫਾਈਲਾਂ ਉਹ ਵੀ ਬਣੀ ਜਾਂਦੀਆਂ ਨੇ। ਵੈਨ ਇਟ ਰੀਚਿਸ ਦਾ ਚੈੱਕ ਪੁਆਇੰਟ, ਮੰਨ ਲਓ ਲੌਗ ਇੱਕ ਚੈੱਕ ਪੁਆਇੰਟ ਤੇ ਪਹੁੰਚ ਗਿਆ, ਚੈੱਕ ਪੁਆਇੰਟ ਤੇ ਦਾ ਟ੍ਰਾਂਜੈਕਸ਼ਨ ਵਿਲ ਬੀ ਅਪਡੇਟਡ ਇਨਟੂ ਦਾ ਡਾਟਾਬੇਸ। ਜਦੋਂ ਚੈੱਕ ਪੁਆਇੰਟ ਤੇ ਆ ਗਿਆ ਤਾਂ ਡਾਟਾਬੇਸ ਦੇ ਵਿੱਚ ਜਿਹੜੀ ਟ੍ਰਾਂਜੈਕਸ਼ਨ ਆ ਉਹਨੇ ਆਪਣੇ ਚੇਂਜਸ ਕਰਤੀਆਂ। ਐਂਡ ਆਲ ਦਾ ਲੌਗਸ ਟਿਲ ਦੈਟ ਪੁਆਇੰਟ ਵਿਲ ਬੀ ਰਿਮੂਵਡ ਫਰੋਮ ਦਾ ਲੌਗ, ਤੇ ਉੱਥੇ ਤੱਕ ਕਿਉਂਕਿ ਸਾਰਾ ਕੁਝ ਓਕੇ ਹੈ ਤਾਂ ਉਹ ਲੌਗ ਤੋਂ ਪਿਛਲਾ ਸਾਰਾ ਲੌਗ ਰਿਮੂਵ ਕਰ ਦੇਣਾ ਹੈ। ਲੌਗ ਫਾਈਲਸ ਦੈਨ ਆਰ ਅਪਡੇਟਡ ਵਿਦ ਨਿਊ ਸਟੈਪਸ ਆਫ ਟ੍ਰਾਂਜੈਕਸ਼ਨ ਟਿਲ ਦਾ ਨੈਕਸਟ ਪੁਆਇੰਟ, ਫਿਰ ਅਗਲੇ ਚੈੱਕ ਪੁਆਇੰਟ ਤੇ ਕਿ ਉਵੇਂ ਲੌਗ ਚੱਲੀ ਜਾਏਗਾ। ਐਂਡ ਸੋ ਔਨ, ਇਸੇ ਤਰ੍ਹਾਂ ਨਾਲ ਕੰਮ ਹੁੰਦਾ ਰਹੇਗਾ। ਪਿਛਲੇ ਚੈੱਕ ਪੁਆਇੰਟ ਤੱਕ ਰਿਮੂਵ, ਅਗਲੇ ਚੈੱਕ ਪੁਆਇੰਟ ਤੇ ਜਾਓ। ਉਹਦੇ ਨਾਲ ਕੀ ਹੈ ਕਿ ਸਿਰਫ ਪਿਛਲੇ ਚੈੱਕ ਪੁਆਇੰਟ ਤੱਕ ਹੀ ਵਾਪਸ ਜਾਣ ਦੀ ਲੋੜ ਪਏਗੀ। The check points are created when each transaction is complete and where the database is in consistent state। ਚੈੱਕ ਪੁਆਇੰਟ ਉੱਥੇ ਲੱਗਦਾ ਹੈ ਜਿੱਥੇ ਅਸੀਂ ਕਹਿੰਦੇ ਵੀ ਹੁਣ ਇੱਥੇ ਤੱਕ ਸਾਰਾ ਕੁਝ ਓਕੇ ਹੈ, ਡਾਟਾਬੇਸ ਕੰਸਿਸਟੈਂਟ ਹੈ, ਉੱਥੇ ਚੈੱਕ ਪੁਆਇੰਟ ਲੱਗਦਾ। ਉਸ ਤੋਂ ਅੱਗੇ ਤੁਰ ਜਾਓ, ਅੱਗੇ ਜਾਈਗਾ ਜਾਈਗਾ ਜਾਈਗਾ, ਜੇ ਟ੍ਰਾਂਜੈਕਸ਼ਨ ਫੇਲ ਹੋ ਗਈ ਤਾਂ ਜਦੋਂ ਅਸੀਂ ਉਹਨੂੰ ਅਨਡੂ ਕਰਾਂਗੇ, ਪਿਛਲੀ ਸਟੇਟ 'ਚ ਆਵਾਂਗੇ, ਤਾਂ ਉਹ ਚੈੱਕ ਪੁਆਇੰਟ ਤੱਕ ਪਿੱਛੇ ਆ ਸਕਦੀ। ਉਸ ਤੋਂ ਪਿਛਲਾ ਡਾਟਾ ਰੱਖਣ ਦੀ ਲੋੜ ਨਹੀਂ, ਕਿਉਂਕਿ ਪਿੱਛੇ ਤਾਂ ਸਾਰਾ ਕੁਝ ਓਕੇ ਸੀ। ਇਹ ਸੀਗੇ ਸਾਡੇ ਚੈੱਕ ਪੁਆਇੰਟਸ।